गीत लगाई एक उत्तम पंथ सुन्यो गुर संगत तह मिलत जम त्रास मिटाई। एक अरदास पाठ कीरत की गुरु रामदास राखो सरनाई। धर्मादे ठाडे दरबार तुद बिन सुरत करे को मेरी। दर्शन दीजै खोल किवार तुम तन तनी उदार त्यागी। सरवण सुन सो जस तुमार मांगो कहे रंग सब देखो। तुम ते मेरो निस्तार। जय दो नामा भिप सुदामा तिनको कृपा पई है अपार। कह कबीर तुम समर्थ दाते चार पदार्थ देत न बार। ओ आया दूरों चल के मैं तकी तो सरनाए जियो। मैं आशा रखी चित में मेरा सबो दुख गवाए जियो। फिरत फिरत प्रभ आया परया तो सरनाए। नानक की प्रवेनती अपनी भक्ति लाए। जा में अमृत ज्ञान है मानक भगत बैराग। श्री गुरु ग्रंथ साहिब उदध बंदों कर अनुराग। जा में अमृत ज्ञान है मानक भगत बैराग। श्री गुरु ग्रंथ साहिब उदध बंदों कर अनुराग। सोरा मनसा बंदनी पाई कर्म धर्म बंधकारी। पाप पुण्य जग जाया पाई बिनसै नाम विसारी। आसा मनसा बंदनी पाई। वाहिगुरु जी का खालसा वाहिगुरु जी की फतेह। सतगुरां दी साजी और नवाजी परम पोषण माणयोग गुर खालसा साथ समझियो। आपां अज जिन्हां बगैर सरदा नहीं सी समय कोई न साधविन साधना दिशा जग में कोआ। धरती का आसरा रूप हो करके कोई यह जा आसरा सुमत बख्शे प्रचार करके आसरा के धर्म का प्रचार परमार्थ सिद्धि वाहिगुरु सा स्वरूप जनाना। इतना है नहीं कोई कहते साध तो जमातां बड़ी सियां पर वो साध नहीं सी। स्वयकार से पर करता थी साधा वो आसरा रूप नहीं सी। ता करके परमात्मा नूं क्यों प्रगट हो के संसार के नमाने नताने गरीबां की रक्षा करनी पैंदी है। जब जब रिष्ट हो संसारा तब तब दे तरत अवतारा। अरिष्ट पाप देखे नहीं जाते। लाहौर अजकल भी दुर्दशा है। बौड़ियां पैरियां वो परमात्मा जिवें कि जेठ हाड़ महीने विच सूरज जोवन दे हुंदा तीखियां किरणां मार मार के जल जंतु छपड़ियां विच हुंदे हैं। पानी घाट हो जाती है वो बड़े तड़फते हैं रजोई करते हैं। आप ही परमात्मा नाना रूप धारण वाला बदल रूप हो गए उन्होंने रक्षा करता है। इस तरह अवतार धारे बगैर
ਸਰ ਨਹੀਂ ਸੀ ਸਕਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨਾ ਪਿਆ। ਸੰਸਾਰ ਉਦੋਂ ਬਹੁਤ ਰਾਹਾਂ ਦਾ ਰਾਹੀ ਹੋ ਕੇ ਚੱਲ ਪਿਆ ਸੀ। ਮੈਂ ਅੱਜ ਕੱਲ੍ਹ ਹੈ ਬਹੁਤ ਰਾਹਾਂ ਦਾ ਰਾਹੀ ਹੋ ਕੇ ਚੱਲ ਰਿਹਾ। ਕੋਈ ਗੁੱਗੇ ਨੂੰ, ਕੋਈ ਹੰਨੇ ਦੀ, ਕੋਈ ਬੰਨੇ ਦੇ, ਕੋਈ ਪਹਾੜਾਂ ਵਾਲੀ ਰੰਨੇ ਦੇ, ਕੋਈ ਮੱਟੀਆਂ ਨੂੰ, ਕੋਈ ਕੁਝ। ਇਸ ਤਰ੍ਹਾਂ ਬੁਰਾ ਹਾਲ ਸੀ। ਸਤਿਗੁਰ ਸਾਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਹੋਰੇ ਪਾਸੇ ਚੱਲ ਪਏ ਸੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਸ ਵੇਲੇ ਮਾਹੌਲ ਸੀ, ਕੂੜ ਮਾਫਸਾ ਚੰਦਰਮਾ ਦਿਸਾ ਨਹੀਂ ਕਹਿ ਚੜਿਆ। ਚੰਦਰਮਾ ਦੇ ਸੱਚ ਦੀ ਚਾਨਣੀ, ਸੱਚ ਰੂਪ ਅਲੋਪ ਹੋ ਗਈ ਸੀ। ਅੰਮ੍ਰਿਤਸਰ ਦੇ ਰਾਤ ਵੱਤ ਝੂਠ ਦਾ ਗਾੜਾ ਅੰਧੇਰਾ, ਇਹ ਲੋਕਾਂ ਦੇ ਮਨ ਫਸ ਰਹੇ ਹਨ। ਮਨ ਫਸੇ ਹੋਏ ਰਾਜੇ ਚੁਲੀ ਨਿਆਵ ਕੀ, ਰਾਜਾ ਨਿਆਓ ਕਰੇ ਹੱਥ ਧੋਏ। ਰਾਜੇ ਕੋਲ ਧਰਮ ਦੀ ਨਿਆ ਚੁਲੀ ਹੈ। ਰਾਜਾ ਹੈ, ਨਿਆ ਕਰ ਸਕਦਾ। ਕਹਿ ਖੁਦਾਏ ਨਾ ਮੰਨੇ ਕੋਈ, ਖੁਦਾ ਖੁਦਾ ਕਹਿੰਦਾ ਹੈ। ਪਰ ਉਹ ਸਮੇਂ ਦੇ ਜਿਹੜੇ ਰਾਜੇ ਲੋਕ ਸੀ, ਵੋਟੀ ਲੈ ਕੇ ਹੱਕ ਗਵਾਏ। ਉਹ ਰਾਜੇ ਰਿਸ਼ਵਤਖੋਰ ਹੋ ਗਏ। ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਰਾਜੇ ਸੀ ਰਾਜੇ, ਉਹ ਕਸਾਈਆਂ ਦਾ ਰੂਪ ਧਾਰ ਲਿਆ। ਜਿਹੜਾ ਸੰਸਾਰ ਦਾ ਪ੍ਰਬੰਧ ਕਰਨਾ ਨਾ ਪ੍ਰਬੰਧ, ਇਹ ਕਿਰਿਆ ਰੂਪ ਕਟਾਰ ਪਕੜੀ। ਕਸਾਈ ਬਣ ਗਏ ਰਾਜੇ, ਉਲਟੀ ਬਾੜ ਖੇਤ ਕੋ ਖਾਈ। ਉਹ ਕਰੀ ਬਾੜ ਰੱਖਿਆ ਵਾਸਤੇ ਖੇਤ ਸੀ, ਪਰ ਉਲਟੀ ਸਗੋਂ ਨੁਕਸਾਨ ਕਰਨ ਲੱਗ ਪਈ। ਇਸ ਤਰ੍ਹਾਂ ਜਿਸ ਪਰਜਾ ਉੱਤੇ ਰਾਜ ਕਰ ਰਹੇ ਹੈ, ਉਸੇ ਪਰਜਾ ਨੂੰ ਕਟਾਰ ਲੈ ਕੇ ਕਸਾਈ ਦਾ ਰੂਪ ਧਾਰ ਕੇ ਵੱਢਣਾ ਸ਼ੁਰੂ ਕਰਤਾ। ਜਿਵੇਂ ਅੱਜ ਕੱਲ੍ਹ ਦੇ ਹਾਲਾਤ ਹਨ, ਦੁਰਦਸ਼ਾ ਹੈ। ਪੰਖ ਧਰਮ ਕਰ ਉੱਡ ਰਿਹਾ, ਧਰਮ ਕੀ ਗਤ ਰਹੀ। ਜਿਹੜਾ ਧਰਮ ਸੀ ਲੋਕਾਂ ਦੇ ਮਨਾਂ ਵਿੱਚੋਂ ਬੇਪਛੀ ਉਡਾਰੇ ਮਾਰ ਕੇ ਉੱਡ ਜਾਂਦਾ ਹੈ। ਇਸ ਤਰ੍ਹਾਂ ਉੱਡ ਚੁੱਕਿਆ ਸੀ। ਜਿਹੜੀ ਘਰ ਦੀ ਗਤ ਰੀਤੀ ਹੈ ਉੱਡ ਚੁੱਕੀ ਸੀ। ਪੜ੍ਹਿਆ ਸਤ ਧਿਆਨ, ਜਿਹੜੇ ਪੜ੍ਹੇ ਲਿਖੇ ਵਿਦਿਆ ਇੱਕ ਤੀਜਾ ਨੇਤਰ ਮੰਨੀ ਹੈ, ਉਹ ਸੱਚ ਨਾਲ ਧਿਆਨ ਜੋੜਨਾ ਪੜ੍ਹੇ ਲਿਖੇ ਨੇ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਪੜ੍ਹੇ ਲਿਖੇ ਹਾਲੇ ਅਨਪੜ੍ਹ ਤਾਂ ਵਿਚਾਰਾ ਜ਼ੋਰ ਚਲਾਉਂਦੇ, ਉਹ ਮੈਂ ਅਨਪੜ੍ਹ ਐ। ਪੜ੍ਹਿਆ ਹੁੰਦਾ ਬਾਣੀ ਪੜ੍ਹਦਾ, ਜੇ ਤਾਂ ਪੜ੍ਹਿਆ ਤੇ ਤਾਂ ਕੜਿਆ। ਪੜ੍ਹੇ ਲਿਖੇ ਗੁਟਕਾ ਚੁੱਕਦੇ ਆ, ਸੰਗਤ ਕਰਦੇ ਆ, ਹੋਰ ਪੋਤਰੇ ਫਿਰਦੇ ਆ। ਪੜ੍ਹੇ ਵਿਅਕਤੀਆਂ ਨੇ ਸੱਚ ਨਾਲ ਜੁੜਨਾ, ਸੱਚੇ ਪਰਮਾਤਮਾ ਨਾਲ ਬਿਰਤੀ ਜੋੜਨੀ ਸੀ। ਕਾਰ ਕਰਕੇ ਉਹ ਜੋੜਦੇ ਨਹੀਂ। ਗਿਰੀ ਕਾ ਸਤਦਾਨ, ਗ੍ਰਸਤੀ ਲੋਕਾਂ ਨੇ ਰੱਬ ਦੇ ਪਿਆਰਿਆਂ ਨੇ ਦਾਨ ਕਰਨਾ ਸੀ। ਦਾਨ ਪੁੰਨ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਪੁੰਨ ਦਾਨ ਜਿਵੇਂ ਵਾਯੂਮੰਡਲ ਹੈ, ਸਮਾਂ ਪਿਛਾਂ ਵੀ ਆਇਆ, ਉਹ ਦਾਨ ਪੁੰਨ ਧਨ ਕਰਨਾ ਹੀ ਕਰਨਾ ਹੈ। ਹਰੀ ਚੰਦ ਵਾਂਗ ਸਮਾਂ ਬਣੇ, ਸਿਰੇ ਵੀ ਲਿਖੇ ਲਾਣਾ। ਉਹਦਾ ਜਿਹੜਾ ਅੰਨ ਪਾਣੀ ਭੋਜਨ ਹੈ ਗ੍ਰਸਤੀ ਦਾ, ਉਹ ਤਾਂ ਗੰਗਾ ਦੇ ਜਲ ਵਾਂਗ ਹਨ। ਪਰ ਉਸ ਸਮੇਂ ਜਿਹੜੇ ਗ੍ਰਸਤੀ ਲੋਕ ਸਨ, ਉਹ ਦਾਨ ਕਰਨ ਵੱਲੋਂ ਹੱਥ ਸੰਕੋਚ ਬੈਠੇ ਸਨ। ਜਿਹੜੇ ਆਪਣੇ ਆਪ ਨੂੰ ਬ੍ਰਾਹਮਣ
ब्राह्मण गुरु है जगत का, भगत का गुरु ना है। अर्जुन का हमारे चारों वेदों वाहे। ब्राह्मण चोली संतोख ही। ब्राह्मण का धर्म कर्म चुली है। संतोखी जिवें चुणक राजा हो, चुणक रेखी धर्मात्मा होया। साधन कुछ मिलन तो सत्तू जे मिले सीगे वो भी परमात्मा ने रोजा धर के सारे पी पूले। जेड़े अपने आप नूं ब्राह्मण लोक कहते सी संतोखी है, वो काले बोरे बरसा दी रात वांग नेड़े दी पेटा करके ना हड़ दे कखां होए दरो दरी भटक रहे सी। ज्ञाता गए कहान वाले वो अपने ज्ञान की चूली अंडेर की पेटा करके मणिहीन सा बेहोश हो रहे सन। दुनिया एक नाल प्यार कर तो संखनी जापदी सी। सिबत वाले मंदिर ढा के मसीतां वो सारियां जा रही सन। दिन पर दिन कीर्तकां की गिनती बहुत बढ़ती जा रही सी। कीर्तक ने को रखा न कोई नरक भोर में पावना। जिमें अजकल भी बहुत कीर्तकान रब तो टुट रहे हैं, परमात्मा तो टुट रहे हैं। हो रहे सजे खबे कपुत्र बन रहे। इतना तौले दिन है। गऊ गरीब की जिंद लुटी जा रही सी। खुदगर्दी असा भार चपीड़ी हुई। खुदगर्दी पाप जुलम की धरती दियां अथा पारना निकलिया हुई चीकां। अत उच्चा ताका दरबारा अंत नहीं किछ पर। उथे तक सुन लग पियां। सच्चे सुनिया कन दे तिरक देवै सहज सुहाई। अकाल पुरख ने बड़ी तवज्जो कन दे के की गल है धरती तुहानू पता ही है। गरीब नमाने इंसान की जिंद तौले दिन लुटी जा रही है। पाप ग्रसी प्रश्न तौला तलक हेठ खड़ा बुकार है। चार पैर वाला पशु है, ओदी एक लत रह जाए बड़ा औखा है। सात्विक विच धर्म तौले दे चार पैर सी। जग जोग सुच पुन दान ये पैर सी। साजे लोग जग भी करते सी। सुच पवित्रता, जिस पवित्रता नूं अजकल आपां पवित्रता ही नूं बहुत दूर परे कर रहे। पवित्रता ही झूठ ने ग्रासल है। ये भी धर्म तौले का पैर है। दान पुण्य करना पैर है। ये रह गए सी। एक पैर दान का रह गया सी, वो भी लोकाचारी दान करना निष्काम नहीं करते सी। इस तरह परमात्मा सच्चे पातशाह ने धीरज दिलासा दिता धरती इस काम वास्ते। धर्म तौल के पैर दया के पुत्र के कायम करने वास्ते गौस पीर औलिए रामचंद्र कृष्ण आदि बड़े भेजे है, पर उन्होंने कर वाला काम किया ही नहीं। ना मेरा स्वरूप जनाया, ना धर्म का प्रचार किया, ना दुनिया को कोई पोली पढ़ के रास्ते पाया ही नहीं। सोचा विचारिया कहते जे सो चंदा उगया सूर चढ़ा हजार एते चंद गुरबिन घोर अंधार। वाहिगुरू सोचदा है मैं सैकड़ी चंद्रमा चाढ़द्या आकाश विच हजारां ही सूर चाढ़द्या, पर जिहड़ा झूठ दा गाढ़ा हंडेरा है इहदे विच लोकां दे मन तसे पए हैं, खुबे पए हैं। लोकां दे मनां विचों आ कोड़ गवार दा हंडेरा दूर करके प्रकाश नहीं कर सकणगे। वो तां बाहरली रोशनी है, ये मनां विच हंडेरा है। विद्या अज्ञान वारनाद हुण तां गुरु रूप स्वरूप के धरती मैं
ਆਸਰਾ ਬਣਾਂਗਾ, ਧਰਮ ਤੌਲ ਦੇ ਪੈਰ ਕਾਇਮ ਕਰਾਂਗਾ। ਜਦੋਂ ਅਵਤਾਰ ਧਾਰਨ ਲੱਗੇ ਸੋਚਿਆ, ਬਾਬੇ ਦੇਖਿਆ ਧਿਆਨ ਧਾਰ, ਸਭ ਪ੍ਰੇਸ਼ਣ ਜਲਦੀ ਦਿਸ ਆਈ। ਜਿਸ ਕਾ ਬਾਤ ਹੈ ਜਲ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ। ਉਹ ਕਹਿੰਦੇ ਬੱਲੇ ਬੱਲੇ, ਇਹ ਤਾਂ ਸਾਰੇ ਕਾਮ ਕ੍ਰੋਧ ਦੀ ਅੱਗ ਦੀ ਲਪੇਟ ਵਿੱਚ ਆਈ ਹੋਈ ਸਰੀਟੀ, ਈਰਖਾ ਦੁਆਸ ਦੀ ਲਪੇਟ ਵਿੱਚ ਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਗ ਜਲੰਧਰ ਦੀ ਪੁਕਾਰ ਗਊਗਰੀ ਦੀ ਸੁਣ ਕੇ ਫਿਰ ਸੋਚਿਆ ਵੀ ਅਵਤਾਰ ਤਾਂ ਗੁਰੂ ਧਾਰ ਕੇ ਇਹ ਹਨੇਰਾ ਚੁੱਕਿਆ ਜਾ ਸਕਦਾ ਹੈ, ਅਵਤਾਰ ਕਿਹੜੀ ਥਾਂ ਧਾਰੀਏ। ਸੋਚਾਂ ਨੂੰ ਕੱਟਣ ਵਾਲੇ ਸੋਚ ਕੇ ਪਰਮਾਤਮਾ ਨੇ ਕਹਿੰਦੇ ਜਿਹੜਾ ਰਾਜਾ ਦਸਤ ਹੋਇਆ ਉਹਦੇ ਘਰ 14 ਕਲੇ ਭਗਵਾਨ ਰਾਮ ਚੰਦਰ ਨੇ ਅਵਤਾਰ ਧਾਰਿਆ। ਉਹ ਚੰਗੇ ਆ ਕੁਝ, ਉਹ ਧਰਮ ਦਾ ਰਾਜ ਕੀਤਾ। ਰਾਮ ਚੰਦਰ ਨੇ ਬੜਾ ਨਿਆਂ ਕੀਤਾ। ਰਾਮ ਚੰਦਰ ਦਾ ਰਾਜ ਬੜਾ ਨਿਆਂ ਸੀ। ਰਾਮ ਚੰਦਰ ਨੇ ਕਹਿੰਦੇ ਮੇਰੇ ਚਪੜਾਸੀ, ਇਹ ਮੇਰੇ ਨਿਕਟ ਵਰਤ ਸੀ, ਇਹ ਮੇਰੇ ਬਾਡੀਗਾਰਡ ਹੈ। ਕੋਈ ਗਰੀਬ ਹੈ ਉਹਦੀ ਪੁਕਾਰ ਸੁਣਨ ਵਾਸਤੇ ਮੇਰੇ ਕੋਲ ਨਾ ਆਣ ਦੇਣ, ਸ਼ਾਇਦ ਗਰੀਬ ਨੂੰ ਤੰਗ ਕਰਨ। ਗਲੀ ਸੀ ਰਸਤਾ, ਘੰਟਾ ਬਣਤਾ, ਰਾਜਨ ਲਾਜਲ ਦੇ ਨਾਲ ਬਣ ਕੇ ਨਾ ਲਮਕਾਤਾ। ਕਹਿੰਦੇ ਜਿਹੜੇ ਕੋਈ ਦੁਖੀ ਆ ਰਹੇ ਹਨ, ਤੰਗ ਹਨ, ਪੁਕਾਰ ਕਰਨਾ ਚਾਹੁੰਦੇ ਹਨ, ਘੰਟਾ ਖੜਕਾਓ, ਮੇਰੇ ਕੋਲ ਆਓ, ਮੈਂ ਸੱਦਾਂਗਾ। ਰੱਬ ਦੀ ਨੇਤ ਬੈਲ ਤੁਰਿਆ ਜਾ ਰਿਹਾ ਸੀ, ਰੱਸਾ ਪੈਰਾਂ ਵਿੱਚ ਫਸ ਗਿਆ, ਘੰਟਾ ਖੜ ਗਿਆ। ਕਹਿੰਦੇ ਕਿ ਦੁਖਿਆਰੇ ਨੇ, ਕਿਹੜਾ ਦੁਖੀ ਹੈ, ਕੌਣ ਤੰਗ ਕਰਦਾ ਹੈ? ਉਹ ਕਹਿੰਦੇ ਉਹ ਤਾਂ ਬੈਲ ਹੈ। ਕਹਿੰਦੇ ਬੈਲ ਮੇਰੇ ਕੋਲ ਲਿਆਓ, ਉਹ ਵੀ ਭਾਵਾਂ ਬੋਲ ਨਹੀਂ ਸਕਦਾ, ਗੂੰਗਾ ਹੈ, ਪਰ ਉਹਦੀ ਕੋਈ ਅਰਜ਼ੋਈ ਹੈ, ਲਿਆਓ ਇੱਥੇ। ਘੰਟਾ ਵੀ ਨਹੀਂ ਖੜ ਗਿਆ, ਬੈਲ ਨੇ ਖੜਕਾਇਆ, ਆ ਗਿਆ, ਬੋਲਣ ਸ਼ਕਤੀ ਦੇ ਦਿੱਤੀ। ਹਾਂ ਜੀ, ਗਊ ਜਾਇਆ ਕੀ ਚਾਹੁੰਦਾ ਹੈ? ਉਦੋਂ ਖੂਹਾਂ 'ਤੇ ਪਾਣੀ ਭਰਦੇ ਸੀ। ਕਹਿੰਦੇ ਮੈਂ ਇੱਕ ਮਸਕ ਤਾਂ ਪਾਣੀ ਦੀ ਲੈ ਕੇ ਘਰਾਂ ਵਿੱਚ ਜਾ ਸਕਦਾ, ਮੇਰਾ ਮਾਲਕ 2 ਮਸਕਾਂ ਭਰ ਕੇ ਰੱਖਦਾ। ਮੈਂ ਬੜਾ ਔਖਾ ਹੁੰਦਾ, ਤੰਗ ਹੁੰਦਾ ਹੈ, ਆਰਡਰ ਕਰਤਾ। ਕਹਿੰਦੇ ਖਬਰਦਾਰ, ਸਜ਼ਾ ਹੋਏਗੀ, ਇੰਨਾ ਜੁਰਮਾਨਾ, ਇਉਂ ਧਰਮ ਦਾ ਰਾਜ ਕੀਤਾ ਹੈ। ਕਹਿੰਦੇ ਉਹ ਕੁਲ ਠੀਕ ਹੈ। ਲਹੂ ਤੇ ਕੁਸ਼ੂ ਰਾਮ ਚੰਦਰ ਦੇ ਸੁਪੁੱਤਰ ਹੋਏ ਹਨ। ਲਹੂ ਦੇ ਅੱਗੇ ਵਸ ਚਲੀ ਹੈ ਛਤਰੀ, ਉਹ ਥਾਂ ਅਵਤਾਰ ਧਾਰੀਏ। ਉਧਰ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ, ਬਹੁਤ ਤਪੱਸਿਆ, ਬਹੁਤ ਤਪੱਸਿਆ, ਜ਼ਿਆਦਾ ਹੀ ਤਪ ਕਰ ਲਏ ਸੀ। ਕਲਿਆਣ ਚੰਦ ਦਾ ਤਪ ਜਿੱਥੇ ਜ਼ਿਕਰ ਆਉਂਦਾ, ਉੱਥੇ ਆਹ ਵਿਚਾਰ ਆਉਂਦੀ ਹੈ। ਆਖਣ ਲੱਗਿਆ ਆਕਾਸ਼ਬਾਣੀ ਰਾਹੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਇਸ ਲੋਕੀ ਦਾ ਮਾਲਕ, ਉਹ ਕਹਿੰਦੇ ਇਉਂ ਕਰ, ਤੂੰ ਪੁੱਤਰ ਪਾਤਰ ਦੀ ਇੱਛਾ ਨਾ ਰੱਖ, ਮੈਂ ਤੁਹਾਡੀ ਕਿਬਰਾਂ ਦਰਸ਼ਨ ਤਾਰੇ ਦੇ ਦਿੰਦਾ ਹੈ। ਕਹਿੰਦੇ ਨਾ ਜੀ, ਇਹ ਗੱਲ ਨਹੀਂ। ਜੇ ਮੈਂ ਦਸ ਦੇ ਘਰ ਰਾਮ ਚੰਦਰ ਪੁੱਤਰ ਹੋ ਕੇ ਅਵਤਾਰ ਧਾਰਿਆ, ਵਿਸ਼ਨੂੰ ਅਵਤਾਰ, ਇਸ ਤਰ੍ਹਾਂ ਮੇਰੇ ਘਰ ਅਵਤਾਰ ਧਾਰੋ। ਉਹ ਕਹਿੰਦੇ ਚਲੋ ਅਵਤਾਰ ਤਾਂ ਧਾਰ ਲਾਂਗੇ, ਪਰ ਤੇਰੇ ਤਾਂ ਪੜਦਾ ਹੀ ਪੈ ਰਹਿਣਾ, ਪੜਦਾ। ਉਹ ਚਲੋ ਜੇ ਖੇਤ ਦਾ ਮੁਕਤ ਕਰੋ ਦਿਆਂਗੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵੇਖਿਆ ਕਿਹੜੇ ਇਲਾਕੇ ਵਿੱਚ ਅਵਤਾਰ ਧਾਰੀਏ। ਬਾਰ ਦੇਸ ਬਾਰ, ਜਿਸ ਦੇ ਅਟਾਰੀਆਂ ਆਕਾਸ਼ ਨੂੰ ਛੋਹ ਰਹੀਆਂ ਸੀ। ਬੜੀ ਹਰਿਆਵਲਤਾ ਹੈ, ਬੜੇ ਸੁਖਦਾਈ ਰਸਤੇ ਵਿੱਚ ਫਲ ਫੁੱਲ, ਫਲਾਂ ਵਾਲੇ ਬਰਛ ਹਨ।
ਬਹੁਤ ਸੁਹਾਵਣਾ ਹੈ। ਮਾਨਾ ਕਰੋ ਜਿਹੜਾ ਬਾਹਰ ਦੇਸ਼ ਹੈ ਨਾ, ਜਿੰਨੇ ਹੋਰ ਦੇਸ਼ ਉਹਨਾਂ ਦਾ ਪਾਤਸ਼ਾਹ ਹੈ। ਕਹਿੰਦੇ ਪਾਤਸ਼ਾਹ ਦੇ ਉੱਤੇ ਚੌਰ ਝੁਲਦਾ ਹੁੰਦਾ ਹੈ। ਸਾਰੇ ਦੇਸ਼ਾਂ ਦਾ, ਇਲਾਕਿਆਂ ਦਾ ਪਾਤਸ਼ਾਹ ਬਾਹਰ ਦੇਸ਼ ਉੱਤੇ ਐਰਾਵਤੀ ਨਦੀ, ਜੋ ਕਿ ਬਠਿੰਡੇ ਕੋਲ ਚੱਲ ਰਹੀ ਸੀ, ਉਹ ਮਾਨਾ ਕਰੋ ਲਹਿਰਾਂ ਤਰੰਗਾਂ ਉਠਾ ਰਹੀ ਹੈ, ਉਹ ਪੱਕਾ ਕਰ ਰਹੀ ਹੈ, ਚੌਰੋ ਕਰ ਰਹੀ ਹੈ ਬਾਹਰ ਦੇਸ਼ ਨੂੰ। ਦੂਜੇ ਪਾਸੇ ਚੰਦਰ ਭਗਾ ਆ ਬਠਿੰਡੇ ਕੋਲ ਚੱਲਦੀ ਸੀ। ਲਹਿਰਾਂ ਉੱਠ ਰਹੀਆਂ ਤਰੰਗਾਂ, ਮਾਨਾ ਕਰੋ ਬਾਹਰ ਦੇਸ਼ ਪਾਸ ਨੂੰ ਚੌਰ ਕਰ ਰਹੀਆਂ, ਪੱਖਾ ਕਰ ਰਹੀਆਂ। ਜਿਸ ਤਰ੍ਹਾਂ 7 ਈਤਾਂ ਦਾ ਕੋਈ ਡਰ ਨਹੀਂ। 7 ਐਤਾਂ ਹੁੰਦੀਆਂ, ਬਾਹਲੀ ਵਰਖਾ ਹੋਣੀ, ਵਰਖਾ ਨੇ ਬਰਬਾਦੀ ਕਰ ਦੇਣੀ, ਵਰਖਾ ਹੋਣੀ ਨਹੀਂ, ਔਲ ਨੇ ਪੱਟੀ ਮੇਸ ਕਰ ਦੇਣੀ, ਫਸਲਾਂ ਤਬਾਹ, ਜਾਂ ਬਿਮਾਰੀ ਪੈ ਜਾਣੀ, ਜਾਂ ਟਿੱਡੀ ਡਲ, ਜਿਵੇਂ ਅੱਜ ਕੱਲ੍ਹ ਆਹ ਲੱਗ ਗਿਆ ਫਸਲਾਂ ਨੂੰ, ਆਹ ਲੱਗ ਗਿਆ, ਤੋਰੀਆ ਲੱਗ ਗਿਆ, ਫਲਾਣਾ ਲੱਗ ਗਿਆ, ਢੋਂਗਾਣਾ ਲੱਗ ਗਿਆ, ਜਾਂ ਕਿਸੇ ਰਾਜੇ ਨੇ ਠਾਲਣਾ, ਕਹਿੰਦੇ ਉੱਠੋ ਇੱਥੋਂ, ਮੈਂ ਤੇ ਬਾੜ ਬਣਾਉਣੀ ਹਾਂ ਜਾਂ ਜੰਗ ਕਰਨਾ। ਇਸ ਤਰ੍ਹਾਂ 7 ਈਤਾਂ ਦਾ ਕੋਈ ਖਤਰਾ ਹੀ ਨਹੀਂ। ਲੋਕ ਬੜੇ ਖੁਸ਼ ਹਨ, ਧਰਤੀ ਬੜੀ ਸਬਜ਼ ਹੈ, ਫਲ ਫੁੱਲ ਬੜੇ ਮਹਿਕ ਰਹੇ ਹਨ, ਰਾਹੀ ਪਾਂਧਿਆਂ ਨੂੰ ਬੜਾ ਸੁੱਖ ਦੇ ਰਹੇ। ਐਸਾ ਰਮਣੀਕ ਹੈ, ਰਾਹੀ ਪਾਂਧੀ ਜਾਂਦੇ ਜਾਂਦੇ ਆਪਣਾ ਪਿੰਡ ਦੇਸ਼ ਭੁੱਲ ਜਾਂਦੇ ਵੀ ਇੱਥੇ ਹੀ ਰਹੀ ਹੈ। ਉਹ ਹਰੇ खुश है, बड़े खुश हो रहे हैं, पर खुशी का पता नहीं लग रहा। उन्होंने की पता सी इतना सब बड़ा खुशी हो रही है। माता तेरे कोई गहना नहीं, बिल्कुल सादे वस्त्र हैं, बड़ा स्वरूप सज रहा है, राजे हो जाते हैं। उन्होंने की पता सी ये धरती उत्ते लोक के मालक परमात्मा ने अवतार धारना, आप नारायण कलातार जग में परवर हो। 1526 विक्रमी संमत 12 बज के कोई 50 से 2.5 कड़ियां ते अवतार धार है। चौमुखा दीवा जिथे माता जी सुभाईमान हन, 8 बत्तियां मच रही सन। जदों अवतार धार दाई का समा होया, उन्हां दी लाइटां ही बंद पै गईयां। प्रकाश है, प्रकाश महाराज का दूर प्रकाश रहा है। दाई ताए देख के हैरान हो गई। वो कहते मैं बहुत सारे बच्चों नूं सेवा की है, पर अज तक मैं देखा ही नहीं। ये की गल है? बच्चा तो माता दे उधर तो बाहर आंदा रोंदा है, बड़ा दुखी होंदा, तंग थां तो निकल के आंदा। ये हसी जाते वो बेचारे नूं की पता सी ये तलोकी दे मालक हन। बड़ियां खुशियां मनाईयां, कल्पतर दी बिरस दियां बहुत बरखा हुई, बहुत हर थां है बड़ी खुशियां मनाईयां। महाराज सच्चे पातशाह ने तातमाई ठंड वरताई, दुख भाई डाठे भाई सड़दी बाली दुनिया नूं। जिवें भाई गुरदास जी ने उस वेले दी नेड़े होके तक्या लिखदा है, उठी गलान जगत विच हमें अंदर जलै लुकाई। बहुत बुरा हाल से महाराज सच्चे पातशाह जी ने सतनाम दा चक्कर चलाया। घर घर अंदर धर्म होया कीर्तन सदा घरां नूं नमूना। जिवें हुण दरबार साहिब है, गुरुद्वारा है, कोई गलत चीज़ आंदी है कोई लिया सकदा। घरां नूं
ਵਸੋਏ ਦਾ ਅਰਥ ਹੈ ਰਸ ਰਸ ਕੇ, ਵਸਾ ਵਸਾ ਕੇ ਪ੍ਰੇਮ ਨਾਲ ਕੀਰਤਨ ਕਰਨਾ। ਸੇਧ ਦਿੱਤੀ ਹੈ। ਪ੍ਰਯੋਜਨ ਕੀ ਸਿੱਧ ਕੀਤਾ। ਮੁਖ ਭਗਤੀ ਹਿਰਦੈ ਗਿਆਨ ਵਰਤਨ ਬੈਰਾਗ। ਸਿੱਧਾਂ ਨੇ ਪ੍ਰਸ਼ਨ ਕੀਤਾ, ਆਪ ਦਾ ਮੁੱਖ ਮੰਤਵ ਅਵਤਾਰ ਧਾਰਨ ਦਾ, ਕਹਿੰਦੇ ਮੁੱਖ ਸਿਮਰਨ ਭਗਤੀ, ਹਿਰਦੇ ਸੱਚ ਦਾ ਗਿਆਨ ਸਵਿਸ਼ੇਸ਼ ਦਾ, ਵਰਤਨ ਬਰਾਗ। ਮਾਤਾ ਬੇਬੇ ਜੀ ਆਖਣ ਲਗੇ, ਭਰਾ ਜੀ ਰੱਬ ਰੂਪ ਸ੍ਰੀ ਚੰਦ ਲక్ష్ਮੀ ਦਾਸ ਹੈ, ਇਹਨਾਂ ਦੀ ਪਾਲਣਾ ਪ੍ਰਵੇਸ਼ਨਾ ਘਰ ਰਹੋ ਕੇ ਰਹੋ। ਕਹਿੰਦੇ ਨਹੀਂ, ਸਾਨੂੰ ਹੁਕਮ ਹੈ, ਸਾਡੀ ਡਿਊਟੀ ਲੱਗੀ ਹੈ, ਇਹ ਤਾਂ ਜੀਵ ਮਾਤਰ ਦਾ ਭਲਾ ਕਰਨਾ। ਹਰ ਇੱਕ ਥਾਂ ਜਾ ਕੇ ਧਰਮ ਦੀ ਸੇਧ ਦੇਣਾ ਚਾਹੁੰਦਾ, ਮੁੱਖ ਮੰਤਵ ਕੰਮ ਕਰਨਾ। ਮੋਹ ਮੋਹ ਕੀਤਾ ਹੀ ਨਹੀਂ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਉਮਰੇ ਬੱਦਲ ਵਾਂਗ ਲਾਗੇ ਵਰਖਾ ਕਰਨ, ਪਰਉਪਕਾਰੀ ਤਰਸਵਾਨ ਹੋ ਕੇ ਜਿਉਂ ਪਦੇਸ਼ ਦੀ ਵਰਖਾ ਕੀਤੀ। ਹਰਦਿਆਲ ਪ੍ਰੋਤ ਹਰਵਾਦ ਵੈਦ ਪਾਦਾ ਨੂਰ ਦੇਣ, ਇੱਕ ਜੋ ਕੋਈ ਇੱਕ ਸਾਧ ਬੁੱਠੀ ਵੈ ਬਾਬੇ ਤਾਰੇ 4 9 ਖੰਡ ਪਰਸਮੀ ਸੱਚਾ ਟੋਹਾ। ਆ ਦੇਖ ਲਓ ਸਤਿਯੁਗ ਆ ਲੈਣਾ 10,000 ਵਰਾ। ਇਹ ਜਿਹੜਾ ਕਲਯੁਗ ਹੁਣ ਚੱਲ ਰਿਹਾ ਨਾ, ਕਲਯੁਗ ਇਹ ਜ਼ੁਲਮ ਪਾਪ, ਇਹ ਸਤਿਯੁਗ ਜਾ ਲੱਗਿਆ ਸੀ। ਜਿਹੜਾ ਸਤਿਯੁਗ ਦਾ ਘਰ ਘਰ ਅੰਦਰ ਧਰਮਸਾਲ ਬੋਲ ਵਾਲਾ ਸੱਚ ਸੀ, ਸਭ ਕੋਈ ਸੱਚ ਬੋਲਦੇ ਸੀ। ਇੱਕ ਸ਼ੰਕਰਾਚਾਰਜ ਹੋਇਆ, ਸ਼ੰਕਰਾਚਾਰਜ, ਉਹਦੀ ਕੁੜੀ ਧੌਲੇ ਦਿਨ ਖੂਹ ਤੇ ਪਾਣੀ ਭਰਦੀ, ਪਹਿਲਾਂ ਖੂਹ ਤੇ ਪਾਣੀ ਭਰਦੀ। ਕੁੜੀ ਬੜੀ ਸਾਊ ਸੀ, ਕੁਮਾਰੀ ਕੁੜੀ ਆ, ਸੱਤ ਵਿੱਚ ਪੱਕੀ ਸੀ। ਉਸ ਨਾਲ ਬੇਨੂ ਰਾਜਾ ਹੋਇਆ, ਬਦ ਬਕਾਰੀ ਗੰਦਾ। ਉਸ ਕੁੜੀ ਦੀ ਵਾਹ ਪੇਸ ਨਿਜਾੜ ਦਿੱਤੀ। ਇਸ ਜਨਮ ਨੇ ਉਹਦਾ ਸੱਤ ਭੰਗ ਕਰਤਾ। ਉਹ ਤਾਂ ਨਿਜਮੀ ਕੁਦਰਤ ਵੱਲੋਂ ਐਸਾ ਸੀ। ਜੇ ਕੋਈ ਇੱਕ ਗਲਤੀ ਕਰੇ ਨਾ, ਇੱਕ ਦੇਸ਼ ਵਿੱਚ ਮੁਲਕ ਵਿੱਚ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀਗਾ। ਐਸੀ ਸਜ਼ਾ ਮਿਲੀ, ਵਰਖਾ ਹੁੰਦੀ ਨਹੀਂ, ਰੇਤਾ ਵਗੀ ਜਾਂਦਾ, ਰੇਤਾ ਵਗੀ ਜਾਂਦਾ, ਬੁਰਾ ਹਾਲ, ਬਹੁਤ ਦੁਖਦਾਈ ਸਮਾਂ। ਜਿਹੜਾ ਸਤਿਯੁਗ ਦਾ ਸੱਚ ਕਹਿ ਸਭ ਕੋਈ, ਉਹ ਫਿਰ ਪੱਟ ਲਿਖ ਰਹੇ ਹੈ। ਸਤਿਗੁਰ ਆ ਲੈਣਾ ਧਰਮ ਤੌਲ ਦੇ ਪੈਰ, ਜੋਗ ਜਗ ਸੁਚ ਪੁੰਨ ਦਾਨ ਕਾਇਮ ਕਰਤੇ। ਆਸਾ ਯੁਗ ਦਾ ਸਮਾਂ ਲਾਤਾ। ਐਸੇ ਗੁਰੂ ਪਰਉਪਕਾਰੀ ਜਿਨ੍ਹਾਂ ਨੇ ਸਤਿਨਾਮ ਦਾ ਚੱਕਰ ਚਲਾਇਆ ਬੜਾ। ਹਰ ਪ੍ਰਾਣੀ ਮਾਤਰ ਨੂੰ ਬੜੀ ਹਮਦਰਦੀ ਨਾਲ, ਬੜਾ ਪਿਆਰ ਨਾਲ ਛਾਤੀ ਨਾਲ ਲਾਇਆ। ਪ੍ਰਾਣੀ ਮਾਤਰ ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਚੌਵਰਨ ਕੋ ਸਾਂਝਾ। ਜਿਹੜੇ ਅੱਜ ਕਰਦੇ ਰਾਜ ਪ੍ਰਬੰਧਕ ਜੇ, ਆ ਬੜੇ ਚਾਹਵਾਨ, ਬਹੁਤ ਕਹਿੰਦੇ ਸ਼ਾਂਤ ਵਈ ਮੰਡਲ ਹੋਣਾ ਚਾਹੀਦਾ। ਜਿਹੜਾ ਸ਼ਾਂਤ ਦਾ ਪ੍ਰਚਾਰ ਕਰਦੇ, ਸ਼ਾਂਤੀ ਵਰਤੇ, ਸ਼ਾਂਤੀ ਵਰਤਾਰ ਦੇ ਦੇਵਤੇ ਆਗੂ ਬਣੇ ਹਨ, ਪ੍ਰਚਾਰ ਕਰਦੇ ਹਨ। ਅਮਨ ਹੋਣਾ ਚਾਹੀਦਾ, ਸ਼ਾਂਤੀ ਹੋਣੀ ਚਾਹੀਦੀ ਹੈ। ਮੁਖੀਆਂ ਉਹਨਾਂ ਨੂੰ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਹਰ ਪ੍ਰਾਣੀ ਮਾਤਰ ਨੂੰ ਇੱਕ ਪਿਤਾ ਕੇ ਹਮ ਬਾਰਕ ਛਾਤੀ ਨਾਲ ਆਇਆ। ਹਰ ਇੱਕ ਪ੍ਰਾਣੀ ਦੀ ਸੁਣੀ ਹੈ। ਜਿਹੜਾ ਕੋਈ ਪਾਸ਼ਾ ਪੋਸ਼ਾ ਬਣੀ ਫਿਰਦਾ ਦਿੱਲੀ ਦਾ, ਉਹਦੀ ਧੁਜਾ ਹਮੇਸ਼ਾ ਨਹੀਂ ਰਹਿ ਸਕਦੀਆਂ। ਅੱਜ ਕੱਲ੍ਹ ਦੁਨੀਆ ਦੇ ਮਨ ਸਾਫ਼
ਦੁਨੀਆ ਦੇ ਸਾਮਾਨ ਹੋ ਚੁੱਕੇ ਮਨ ਮੰਦਰਾਂ ਵਿੱਚ। ਜਿਹੜੀ ਕਿ ਕੋਈ ਗੱਲ ਹੋ ਰਹੀ ਗੁਪਤ ਨਹੀਂ ਰਹਿ ਸਕਦੀ। ਅੱਜ ਕੱਲ੍ਹ ਟੈਲੀਫੋਨ ਟੱਲੀਆਂ ਮਿੰਟ ਸੇਟ ਦੀਆਂ ਖਬਰਾਂ ਦੇ ਰਹੀਆਂ, ਆਹ ਹੋ ਰਿਹਾ, ਆਹ ਪਾਪ ਹੋ ਰਿਹਾ, ਆਹ ਹੋ ਰਿਹਾ। ਤਾਂ ਕਰਕੇ ਜਿਹੜਾ ਅਤਿਆਚਾਰ ਜ਼ੁਲਮ ਕਰਦੇ ਹੈ, ਜ਼ਿੰਦਗੀਆਂ ਆਪਦੀ ਤਬਾਹ ਕਲਾਂ ਖੱਟਦੇ ਹੈ, ਹੁਣ ਅੱਜ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਭਲਾਈ, ਬਹੁਤ ਨੇਕੀ ਪ੍ਰਾਣੀ ਮਾਤਰ ਨੂੰ ਉੱਤੇ ਚੁੱਕਿਆ ਹੈ। ਉਹ ਕੰਨਿਆ ਛੱਡ ਕੇ ਕੋ ਨਿਆਂ ਦੀ ਚੋਲੀ ਕਰਨ, ਕੋ ਨਿਆਂ ਤੇ ਉੱਤੇ ਚੱਲਣ। ਮਹਾਰਾਜ ਕਿਰਪਾ ਕਰਨ, ਸਮਤ ਬਖਸ਼ਣ। ਇੰਨਾ ਜ਼ੁਲਮ, ਇੰਨਾ ਅਤਿਆਚਾਰ ਅੱਗੇ ਜੈਸਾ ਬੀਜਾ ਸੋ ਲੈਣਾ, ਕਰਮਾ ਸੰਦੜਾ ਖੇਤ। ਦੇਖ ਲਓ ਕੀ ਬਣਨਾ। ਉੱਥੇ ਸੱਚੇ ਹੀ ਸੱਚ ਨਿਬੜੈ। ਸੋਚੋ, ਪੁੱਠੇ ਕੰਮ ਛੱਡੋ, ਰਹੋ ਵਿਚਾਰ। ਸ਼ਬਦ ਆਇਆ ਸਹਿਜ ਪਾਠ ਦੀ ਸਮਾਪਤੀ ਤੇ। ਹੁਣ ਆਪਾਂ ਸਭ ਦੀ ਲੰਮਾ ਚੌੜਾ ਜਾ ਉਹਦੀ ਵਿਚਾਰ ਕਰ ਲਈਏ। ਸੋਰਠ ਮਹੱਲਾ ਪਹਿਲਾ ਤੇ ਤੁਕੀ। ਆਸਾ ਮਨਸਾ ਬੰਧਨੀ ਭਾਈ। ਇੱਕ ਪੰਡਤ ਆ ਗਿਆ, ਨਨਕਾਣੇ ਸਾਹਿਬ ਗੁਰਾਂ ਕੋਲ ਆ ਬੈਠਿਆ। ਮਹਾਰਾਜ ਦੇ ਪਾਤਸ਼ਾਹ ਸਭਾਏਮਾਨ ਸੰਗਤ ਵਿੱਚ ਮਹਾਰਾਜ ਦੇ ਚੱਲ ਕਾਬਲ ਬਾਤ ਹਨ। ਸੰਗਤਾਂ ਦੇ ਰੀਝ ਨਾਲ ਚਾਲਨਾਂ ਵਿੱਚ ਮਨ ਲਾਏ ਹੋਏ ਹਨ। ਮਹਾਰਾਜ ਦੇ ਚਾਲਨਾਂ ਦਾ ਪ੍ਰਕਾਸ਼ ਕਵਲ ਸੰਗਤਾਂ ਨੂੰ ਖੜਾ ਰਿਹਾ ਹੈ, ਪ੍ਰਕਾਸ਼ ਕਰ ਰਿਹਾ ਹੈ। ਪੰਡਤ ਆਖਣ ਲੱਗਿਆ, ਮਹਾਰਾਜ ਤੁਸੀਂ ਗਿਆਨ ਦਾ ਉਪਦੇਸ਼ ਦਿੰਦੇ ਹੋ, ਸ਼ਬਦ ਉਪਦੇਸ਼ ਦਿੰਦੇ ਹੋ, ਕੋਈ ਕਰਮਾਂ ਦਾ ਵੀ ਉਪਦੇਸ਼ ਕਰਨਾ ਚਾਹੀਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਤੇ ਤੁਕਿਆ, ਪਹਿਲਾਂ ਚੌ ਤੁਕਿਆ ਹੈ, ਤਿੰਨ ਤੁਕਾਂ ਵਾਲੀ ਅਸਪਦ ਯਾਰੀ ਉਚਾਰਨ ਕਰ ਰਹੇ ਹਨ। ਆਸਾ ਮਨਸਾ ਬੰਧਨੀ ਭਾਈ। ਸੁਣ ਪੰਡਤ ਕਰਮਾ ਕਾਰੇ, ਸੁਣ ਵੀ ਆਸਾ ਮਨਸਾ ਬੰਧਨੀ ਕੀ ਰੱਸੀ ਹੁੰਦੀ ਹੈ। ਜਿਵੇਂ ਰੱਸੀ ਨਾਲ ਬੰਨ੍ਹ ਪਾਉਂਦੇ, ਗੰਢਾਂ ਦੇ ਦਿੰਦੇ ਆ। ਜਿਹੜੀ ਆਸਾ ਦੀਰਘ ਕਾਲ ਦੀ ਹੈ, ਮਨਸਾ ਮਿੰਟ ਫੁਰਨੇ ਫੁਰੀ ਜਾਂਦੇ। ਜਿਹੜੀ ਆਸਾ ਕੱਲ ਕੋਈ ਪੁੰਨਦਾਨ ਕਰਨਾ, ਮਨਸਾ ਸੋਚਿਆ ਬੱਲੇ ਬੱਲੇ ਮੇਰੇ ਤੇ ਪਾਪ ਹੋ ਗਿਆ। ਇਹ ਤਾਂ ਬੰਧਕਾਰੀ ਰੱਸੀ ਹੈ। ਆਸਾ ਮਨਸਾ ਬੰਧਨੀ ਭਾਈ। ਕਰਮ ਸਭੇ ਕਾ ਬੇਕਾਰੀ। ਸੁਣ ਪੰਡਤ ਕਰਮਾ ਕਾਰੇ। ਉਹ ਪੰਡਤ ਇਹ ਤਾਂ ਬੰਧਨ ਪਾਉਣ ਵਾਲੇ ਹਨ। ਆਸਾ ਬੰਧਨ, ਆਸਾ ਮਨਸਾ ਬੰਧਨੀ, ਕਰਮ ਸਭੇ ਕਰਮ ਧਰਮ ਬੰਧਕਾਰੀ। ਜਗ ਪੁੰਨ ਕਰ ਲਿਆ, ਦਾਨ ਪੁੰਨ ਕਰ ਲਿਆ। ਕਰਮ ਧਰਮ ਬੰਧਕਾਰੀ। ਇਹ ਤਾਂ ਬੰਧਨ ਪਾਉਣ ਵਾਲੇ ਨੇ, ਬੰਧਨ ਕਰਤਾ ਭੂਤਾ ਦੇ, ਹਉਮੈ ਦੇ, ਹੰਕਾਰ ਦੇ। ਮੈਂ ਨਾ ਦਾਨ ਪੁੱਤਾ ਕੀਤਾ। ਇਹ ਤਾਂ ਬੰਨ੍ਹ ਲੈਂਦੇ ਹਨ ਜੀਵਨ ਨੂੰ। ਪਾਪ ਪੁੰਨ ਜਗ ਜਾਇਆ ਭਾਈ। ਪੰਡਤਾ ਪਾਪਾਂ ਪੁੰਨਾਂ ਨੇ ਸੰਸਾਰ ਨੂੰ ਪੈਦਾ ਕੀਤਾ ਹੈ। ਬਾਹਲੇ ਪੁੰਨ ਹੋਣ ਤਾਂ ਦੇਵਤਾ ਬਣ ਜਾਂਦਾ ਹੈ। ਬਾਹਲੇ ਪਾਪ ਹੋਣ ਪਸ਼ੂ ਹੇਠਲੀਆਂ ਜੂਨਾਂ। ਪਾਪ ਪੁੰਨ ਸਮਾਨ ਮਨੁੱਖ ਬਣ ਜਾਂਦਾ ਹੈ। ਇਹ ਤਾਂ ਬੰਧਨਾਂ ਵਿੱਚ ਪਾਉਣ ਵਾਲੇ ਹਨ। ਕਰਮੀ ਆਵੇ ਕੱਪੜਾ ਨਦਰੀ ਮੋਖ। ਇਹ ਤਾਂ ਸਰੀਰ ਵਸਤਰ ਦੇਣ ਵਾਲੇ ਹਨ, ਬੰਨਣ ਪਾਉਣ ਵਾਲੇ ਹਨ। ਬਿਨਸੈ ਨਾਮ ਵਿਸਾਰੀ। ਪਿਛਲੀ ਪੰਕਤੀ ਫੇਰ ਪੜ੍ਹਦੇ।
ਪਾਪ ਪੁੰਨ ਜਗ ਜਾਇਆ ਭਾਈ। ਪੈਦਾ ਕੀਤਾ ਹੈ ਬਿਨਸੈ ਨਾਮ ਵਿਸਾਰੀ। ਸੰਸਾਰ ਨਾਮ ਨੂੰ ਭੁਲਾ ਕੇ ਆਪਾਂ ਹੀ ਬੜੇ ਭੁੱਲੜ ਹੈ। ਦੇਖ ਲਓ ਮਹਾਰਾਜ ਲਿਖ ਰਹੇ हैं, ਇਹ ਸੰਸਾਰ ਨਾਮ ਨੂੰ ਭੁਲਾ ਕੇ ਆਖਾਂ ਜਿਵਾ ਬਿਸਰਾ ਮਰ ਜਾਓ। ਸੋਚੀਏ ਆਪਾਂ ਕਾਂਤ ਬੈਠੇ ਹੋਏ ਨਾ, ਕਿਸੇ ਵੇਲੇ ਕਾਂਤ ਫਰਿਸ਼ਟ ਸਾਡਾ ਰੀਦਾ ਹੀ ਹੈ। ਸਾਰਾ ਪਤਾ ਓਹੋ ਮੈਂ ਆਹ ਕੰਮ ਉਸ ਵੇਲੇ ਕੀਤਾ, ਸਾਰਾ ਪਤਾ ਲੱਗ ਜਾਂਦਾ ਹੈ। ਸਾਰਾ ਹੀ ਆਪਾਂ ਆਪ ਵਿਚਾਰ ਨਿਗਾਹ ਮਾਰ ਕੇ ਜਿਹੜੇ ਗਲਤ ਕਰਮ ਹਨ ਉਹਨਾਂ ਦਾ ਅਫਸੋਸ ਪਛਤਾਵਾ ਕਰੀਏ। ਅੱਗੇ ਬਾਤ ਇਹ ਤਾਂ ਬੰਧਨ ਪਾਉਣ ਵਾਲੇ ਹਨ, ਜਿਹਨਾਂ ਵਿੱਚ ਪਾਉਣ ਵਾਲੇ ਜਿੰਨੇ ਵੀ ਕਰਮ ਧਰਮ ਹਨ। ਬਿਨਸੈ ਨਾਮ ਵਿਸਾਰੀ। ਇਹ ਸੰਸਾਰ ਨਾਮ ਨੂੰ ਭੁਲਾ ਕੇ ਰੱਬ ਸਮਤ ਬਖਸ਼ੇ। ਆਪਾਂ ਜਪਦੇ ਹਾਂ ਨਾਮ, ਜਿਹੜੇ ਜਪਦੇ ਬਹੁਤ ਜਪਦੇ ਬਹੁਤ, ਉਹਨਾਂ ਦਾ ਟ੍ਰੇਨ ਬੜਾ ਵਾਤਾਂ ਨੂੰ ਪ੍ਰਾਪਤ ਹੈ। ਇਹ ਜੀਵ ਨਾਮ ਨੂੰ ਭੁਲਾ ਕੇ, ਨਾਮ ਇੱਕ ਸੱਚਾ ਜੀਵਨ ਦੇਣ ਵਾਲਾ ਹੈ। ਨਾਮ ਸਾਧਨ ਨਹੀਂ, ਜਿਵੇਂ ਹੋਰ ਸਾਧਨ ਨਹੀਂ। ਨਾਮ ਤਾਂ ਆਪੇ ਰਾਸਤਾ ਦੱਸਦਾ ਜਾਂਦਾ, ਆਪੇ ਹੀ ਬਿਰਤੀ ਵਿੱਚ ਰਿਦ ਚ ਪ੍ਰਕਾਸ਼ ਹੋ ਕੇ ਦਰਸ਼ਨ ਦਿੰਦਾ ਹੈ। ਜਿਵੇਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਰਤਾਰਪੁਰੇ ਨਿਵਾਸ ਰੱਖ ਰਹੇ ਹਨ। ਲੈਣਾ ਗੁਰੂ ਅੰਗਦ ਦੇਵ ਦਾ ਨਾਮ ਹੈ। ਉਹ ਦੇਵੀ ਦੇ ਚਾਲੇ ਜੇ ਪਰਿਵਾਰ ਪਹਿਲਾਂ ਹੋਰ ਲੈਣ ਤੇ ਸੀ, ਹਿੰਦੂ ਖਿਆਲੀ ਨਾਲ ਲੈ ਕੇ ਜਾ ਰਹੇ ਸੀ। ਆਹ ਦੇਵੀ ਦੇ ਚਾਲੇ ਜੇ ਉਹ ਆਖਣ ਲੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲੈਣਾ ਜੀ, ਉਹ ਅਸੀਂ ਤਾਂ ਕਰਤਾਰਪੁਰ ਦੀ ਹੋ ਕੇ ਜਾਣਾ, ਜਿੰਨਾ ਚੱਲਣਾ ਚਲੋ ਨਹੀਂ, ਅਸੀਂ ਨਹੀਂ ਜਾਣਾ ਸੱਚੇ ਕਹੇ। ਆਗੇ ਕਰਤਾਰਪੁਰ, ਅੱਗੇ ਰੱਬ ਦੀ ਕਿਰਪਾ ਭਲਾ ਹੋਣਾ ਸੀ। ਗੁਰੂ ਨਾਨਕ ਦੇਵ ਜੀ ਬਾਹਰ ਵਿਚਰੇ ਸੀਗੇ। ਇਹਨਾਂ ਨੂੰ ਵੀ ਪੁੱਛ ਲਿਆ, ਕਹਿੰਦੇ ਇੱਥੇ ਰੱਬ ਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਰਹਿੰਦੇ ਹਨ, ਸਾਨੂੰ ਰਾਹਤਾ ਦੱਸ ਦਿਓ। ਲੋਕ ਭਾਈ ਲੈਣਾ ਜਿੱਦਾਂ ਘੋੜੀ ਤੇ ਚੜੇ ਹੋਏ ਸੀਗੇ। ਆਪ ਰਾਹਤਾ ਦੱਸਦੇ ਆ ਰਹੇ हैं। ਫਿਰ ਆਪੇ ਹੱਥ ਪੈਰ ਧੋ ਕੇ ਨਾ ਦਰਬਾਰ ਸਾਹਿਬ ਜਾ ਸਵਾਈਮਾਨ ਆਪੇ ਦਰਸ਼ਨ ਦੇਣ ਵਾਲੇ ਹੋ ਗਏ। ਇਸ ਤਰ੍ਹਾਂ ਜਿਹੜਾ ਨਾਮ ਹੈ ਨਾ, ਉੱਚੇ ਉੱਪਰ ਉੱਚਾ ਨਾਂ ਹੈ, ਇਹ ਆਪੇ ਪ੍ਰਕਾਸ਼ ਕਰਦਾ ਜਾਂਦਾ। ਪ੍ਰਕਾਸ਼ ਤੋਂ ਮੈਂ ਬਿਰਤੀ ਕਰਦਾ ਟਿਕਾ ਆਏ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦਿੰਦਾ ਹੈ। ਇਹ ਮਾਇਆ ਜਗ ਮੋਹਣੀ ਭਾਈ। ਇਹ ਮਾਇਆ ਬੱਲੇ ਜੜ ਚੇਤਨ ਮਾਇਆ ਮੋਹਤ ਕਰਦੀ ਹੈ ਬਹੁਤ। ਜਿਸ ਗਹਿ ਬਹੁਤੀ ਤਿਸ ਅਗਰੈ ਚਿੰਤਾ, ਜਿਸ ਘਰ ਥੋੜੀ ਸੋ ਫਿਰੈ ਪਰਮਾਤਾ। ਦੋਏ ਵਾਸਤਾ ਜੋ ਮੁੱਤਾ ਸੋਈ ਸੇਲਾ, ਬੁਰਾ ਹਾਲ ਹੈ। ਮੋਹਤ ਕਰਦੀ ਹੈ ਜੜ ਚੇਤਨ ਮਾਇਆ। ਮਾਇਆ ਹੋਈ ਲਾਗਣੀ ਜਗਤ ਲਹੀ ਲਪਟਾਏ ਸੀ ਸਾਸਵਰ ਤੇ ਕਹੋ ਫਿਰ ਮਾਇਆ ਜਿਹੜਾ ਹੋਰ ਦੁੱਖ ਨਹੀਂ, ਸੱਚ ਆਖ ਸੁਣਾਇਆ। ਬੜਾ ਮੋਹ ਪੈਦਾ ਕਰਦੀ ਹੈ ਜੀਆਂ ਨੂੰ ਰੱਬ ਤੋਂ। ਇਹ ਮਾਇਆ ਜਿਤਾਰ ਮੋਹ ਦੂਜਾ ਲਾਇਆ, ਇਹ ਰੱਬ ਵੱਲੋਂ ਬਿਰਤੀ ਤੋੜਦੀ ਆਪਣੇ ਚ ਲਾ ਲੈਂਦੀ ਹੈ, ਮੋਹਤ ਕਰ ਲੈਂਦੀ ਹੈ। ਕਰਮ ਸਭੇ ਬੇਕਾਰੀ। ਜਿਹੜੇ ਕਰਮ ਕਰ ਰਿਹਾ ਜੀਵ ਕਰਮ, ਅਸੀਂ ਗਿਆਨ ਦਾ ਸ਼ਬਦ ਦਾ ਉਪਦੇਸ਼ ਤਾਂ ਕਰਦੇ ਹਾਂ। ਜਿਹੜੇ ਕਰਮ ਹੈ ਨਾ ਨਿਤ ਨਵਿਤ ਕਰਮ, ਇਹ ਤਾਂ ਬੇਕਾਰ ਹਨ। ਦੁਆਇਤ ਦੀ ਕਾਰ ਕਰਾਉਂਦੇ ਹਨ। ਮਾੜੇ ਕੰਮ ਨਿਤ ਨਵਿਤ ਆਹ ਜਿਹੜੇ ਕਰਮ ਹੈ ਨਾ, ਇਹ ਤਾਂ ਦੁਆਇਤ ਬੇਕਾਰ ਦੁਆਇਤ ਦੇ ਕੰਮ
ਬੇਕਾਰ ਮਾੜੇ ਕੰਮ ਕਰਾਉਂਦੇ ਹਨ। ਸੁਣ ਪੰਡਤ ਕਰਮਾਕਾਰੀ। ਸੁਣ ਕਰ ਪੰਡਤਾ ਕਰਮਾਕਾਰੀ, ਕਰਮ ਕਰਨ ਵਾਲੇ ਨਿਤ ਨਵਿਤ। ਕਰਮਾਕਾਰੀ ਇਉਂ ਕਰ, ਕਰਮਾਂ ਵਿੱਚੋਂ ਨਿਸ਼ਕਾਮ ਕਰ, ਉਹ ਦੁਆਈ ਹੈ। ਜਿਹੜੇ ਨਿਸ਼ਕਾਮ ਕਰਨੇ ਨਾ, ਉਹ ਦੁਆਈ ਹੈ, ਉਹਦੀ ਹੈ। ਕਰਮਾਕਾਰੀ ਸੁਣ ਕਰ, ਜਿਹੜੇ ਅੱਗੇ ਮਰਨ ਤੋਂ ਬਾਅਦ ਪ੍ਰਲੋਕ ਤੇਰੀ ਸਹਾਇਤਾ ਕਰਨਗੇ, ਉਹ ਨਿਸ਼ਕਾਮ ਕਰਮ ਹੈ। ਉਹ ਤੂੰ ਕਰ। ਜਿਤ ਕਰਮ ਸੁਖ ਊਪਜੈ ਭਾਈ। ਜਿਸ ਕਰਮ ਕਰਨ ਤੋਂ ਆਤਮਾ ਆਨੰਦ, ਪਰਮਾਤਮਾ ਦਾ ਆਨੰਦ ਪੈਦਾ ਹੋਵੇ, ਸੋ ਆਤਮ ਤਤ ਵਿਚਾਰੀ। ਤਤ ਵਿਚਨ ਕਰਨਾ, ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਵਾਸਤੇ ਤਤ ਤਉ ਸੋਧਨ ਕਰਕੇ ਜੀਵ ਦੀ ਅਲਪਗਤਾ, ਈਸ਼ਵਰ ਦੀ ਸਰਬਗਤਾ ਛੱਡ ਕੇ ਉਹ ਤਤ ਸਰੂਪ ਪਰਮਾਤਮਾ, ਉਹਦੀ ਵਿਚਾਰ ਕਰਤਾ ਸਰੂਪ ਦੀ ਫਿਰ ਆਤਮਾ ਆਨੰਦ ਪੈਦਾ ਹੋਏਗਾ। ਰਹਾਉ ਸਾਸਤ ਵੇਦ ਬਕੈ ਖੜੋ ਭਾਈ। ਪੰਡਤਾ ਤੁਹਾਡਾ ਜਿੰਨਾ ਮਹਿਕਮਾ ਨਾ, ਇਸ 6 ਸ਼ਾਸਤਰ, 4 ਵੇਦ, ਖੜੋ ਬੈ ਖੜੋ, ਆ ਖੜ ਖੜ ਕੇ ਰਹਾਉ ਨਾਲ, ਟੇਕ ਟੇਕ ਕੇ, ਹੱਥ ਦੀਆਂ ਚੁਟਕੀਆਂ ਮਾਰ ਮਾਰ ਕੇ, ਬਹੁਤ ਹੌਲੀ ਹੌਲੀ ਬਹੁਤ ਸੁਣਾਉਂਦਾ ਹੈ। ਬੜਾ ਬਰਾਗ ਵਿੱਚ ਆ ਕੇ ਸੁਣਾਉਂਦਾ ਹੈ। ਤਤ ਮਿਥਿਆ ਵਿਚਨ ਕਹਿੰਦੇ ਇਉਂ ਬੜਾ ਸੁਣਾਉਂਦਾ ਹੈ। ਬੜੇ ਰਹਿਸ ਨਾਲ ਪੜ੍ਹਦਾ ਸੁਣਦਾ ਹੈ, ਸੁਣਾਉਂਦਾ ਹੈ ਲੋਕਾਂ ਨੂੰ ਸੁਣਾਉਣ ਮਾਤਰ ਬਹੁਤ ਰਹੋ ਨਾਲ, ਬੜੇ ਠਹਿਰ ਕੇ ਚੁਟਕੀਆਂ ਪੜ੍ਹ ਪੜ੍ਹ ਕੇ, ਕਿਉਂਕਿ ਬੈਠੋ ਖੜ ਕੇ ਨਹੀਂ ਵੇਦ ਪੜ੍ਹੀਦਾ, ਬੈਠ ਕੇ ਪੜ੍ਹੀਦਾ। ਬੈਠਣ ਦਾ ਮਤਲਬ ਹੈ ਬਹੁਤ ਪ੍ਰੇਮ। ਲੋਕਾਂ ਨੂੰ ਤਾਂ ਉਦੇਸ਼ ਬੜਾ ਸੁਣਾਉਂਦਾ, ਸੰਸਾਰ ਐਸਾ ਹੈ, ਮਿਥਿਆ ਹੈ, ਤ੍ਰੈ ਕਾਲ ਨਹੀਂ, ਇਉਂ ਹੈ। ਸੰਸਾਰੀ ਸੰਸਾਰ ਵਾਲੇ ਕਰਮ ਜਿਵੇਂ ਸੰਸਾਰੀ ਕਰ ਰਹੇ ਹਨ। ਭਗਤ ਸਾਰੀਆਂ ਜੋੜ ਕਦੇ ਨਾ ਆਇਆ। ਭਜਨੀਕਾਂ ਦੇ ਕਰਮ ਹੋਰ ਹਨ, ਸੰਸਾਰ ਦੇ ਕਰਮ ਹੋਰ ਹਨ। ਬਹੁਤ ਨਾ ਦੇਖੇ ਸੁਣੇ ਜਾਂਦੇ ਹੀ ਨਹੀਂ। ਜੋ ਅੱਜ ਕੱਲ੍ਹ ਦੇ ਸੰਸਾਰੀ ਬਹੁਤ ਮਾੜੇ ਪਾਸੇ ਲੱਗੇ ਹੋਏ ਹਨ। ਐਸੀ ਮਾੜੀਆਂ ਆਦਤਾਂ, ਐਸੇ ਭ੍ਰਿਸ਼ਟ ਹੋਏ ਹਨ। ਟਰੈਕਟਰ ਦੇ ਡੀਜੇ ਲਾਏ ਹੋਏ ਹਨ, ਲੱਜਾਂ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਇੱਥੇ ਮਾਂ ਭੈਣ ਸੁਣਦੀ ਹੈ, ਗੁਰਗਾ ਘਰ ਇੱਥੇ ਵੀ ਨਹੀਂ ਬਾਤ ਕਰਦੇ, ਹਰਦੇ ਜ਼ਾਲਮ ਪੁੱਠੇ ਕੰਮ ਕਰਦੇ ਆ। ਡੀਜੇ, ਗੰਦੇ ਮੋਬਾਇਲਾਂ ਦੇ ਆਹ ਫਿਲਮੀ ਗਾਣੇ, ਉਹ ਤੁਸੀਂ ਹੋਰਾਂ ਨੂੰ ਤਾਂ ਬਰਾਗ ਠਰਾ ਵਿੱਚ ਵੇਦ ਸਾਸ ਸੁਣਾਉਂਦੇ ਹੈ। ਕਰਮ ਕਰੋ ਸੰਸਾਰੀ, ਸੰਸਾਰ ਵਿੱਚ ਆਉਣ ਵਾਲੇ, ਜਨਮ ਧਾਰਨ ਵਾਲੇ। ਤੁਸੀਂ ਇਹੋ ਜਿਹੇ ਕੰਮ ਕਰਦੇ, ਨਿਸ਼ਕਾਮ ਕਰਦੇ, ਸਕਾਮ ਕਰਦੇ ਹੋ। ਪਾਖੰਡ ਮੈਲ ਨਾ ਚੂਕਈ ਭਾਈ। ਪਖੰਡ ਹੁੰਦਾ ਅਸਲ ਦੀ ਨਕਲ, ਸਰੂਪ ਵਿੱਚ ਜੋੜਨ ਵਾਸਤੇ, ਅਭੇਦ ਹੋਣ ਵਾਸਤੇ ਕੰਮ ਨਹੀਂ ਕਰਦੇ, ਦਿਖਾ। ਪਾਖੰਡ ਹੁੰਦੀ ਅਸਲ ਦੀ ਨਕਲ। ਅਸਲੀ ਨਾ ਬਰਾਗ, ਨਾ ਭਗਤੀ, ਨਾ ਕੁਝ। ਸਰੂਪ ਵਿੱਚ ਭੇਦ ਕਰਨ ਵਾਲੀ ਬਿਰਤੀ ਹੈ ਨਹੀਂ। ਆਖਣ ਪੇਤਰ ਤੇਲ ਕੋ ਡਾਲ, ਲੋਕ ਨਿਰਵਾਹੇ ਦਿਖਾਵੇ ਹੈ। ਬੜਾ ਪਖੰਡ ਚੱਲ ਰਿਹਾ ਬਹੁਤ। ਸਰੋਂ ਦਾ ਤੇਲ ਅੱਖਾਂ ਵਿੱਚ ਪਾ ਲੈਂਦੇ ਹੈ। ਸਰੋਂ ਦੇ ਤੇਲ ਦਾ ਕੰਮ ਹੈ, ਕੜਤਨ ਹੈ।
ਪਾਣੀ ਕੱਢਣਾ ਹੀ ਹੈ। ਬੜਾ ਬਾਬਾ ਜੀ ਬੜਾ ਬਰਾਗੀ ਹੈ, ਬੱਲੇ ਬੱਲੇ ਇਉਂ ਹੈ। ਇਉਂ ਜਿਹੜਾ ਪਖੰਡ ਹੈ ਇਹ ਰੱਬ ਦੇ ਸਰੂਪ ਵਿੱਚ ਭੇਦ ਨਹੀਂ ਹੁੰਦਾ। ਜਿਹੜਾ ਪਖੰਡ ਹੈ ਇਸ ਕਰਕੇ ਸਰੂਪ ਵਿੱਚ ਭੇਦਤਾ ਬਿਰਤੀ ਨਹੀਂ ਹੁੰਦੀ। ਪਾਖੰਡ ਮੈਲ ਨਾ ਚੂਕਈ ਭਾਈ। ਜਿਹੜਾ ਪਖੰਡ ਹੈ ਨਾ ਕਰਤਾ ਭੁਗਤਾ ਦੇ ਹੋਰ ਮੈਲ ਹੈ, ਪਾਪਾਂ ਦੀ ਮੈਲ ਹੈ, ਬਕਾਰਾਂ ਦੀ ਮੈਲ ਹੈ, ਬਹੁਤ ਮੈਲ ਹੈ। ਮੈਲਾ ਮਲਤਾ ਇਹ ਸੰਸਾਰ ਬਹੁਤ ਮੈਲ ਹੈ। ਵਿਦਿਆ ਆਦਿ ਹਉਮੈਂਕਾਰ ਦੀ ਬੜੀ ਮੈਲ ਹੈ। ਇਹ ਜਿਹੜਾ ਪਖੰਡ ਹੈ ਇਹਨਾਂ ਤਾਂ ਮੈਲ ਚੁੱਕਣੀ ਨਹੀਂ, ਕਾਟ ਕਰਨੀ ਨਹੀਂ। ਇਹ ਮਨ ਵਿੱਚੋਂ ਜਾਣੀ ਨਹੀਂ ਮੈਲ ਪਖੰਡ ਨਾਲ, ਅਸਲੀਤ ਨਾਲ ਨਾਮ ਜਾਪ ਕਰਕੇ, ਨਾਮ ਸਾਬਣ ਲਾ ਕੇ ਇਹ ਤਾਂ ਮਨ ਸ਼ੁੱਧ ਹੋਵੇਗਾ। ਅੰਤਰ ਮੈਲ ਵਿਕਾਰੀ। ਵਿਕਾਰੀ ਵੇ ਦਵਾਇਤ ਦੀ ਦੁਬਦਾ ਦੀ ਵਕਾਰਾਂ ਦੀ ਬਹੁਤ ਮੈਲ ਹੈ। ਵਕਾਰਾਂ ਵਿੱਚ ਬਿਰਤੀ ਬਹੁਤ ਬੇ ਦਵਾਇਤ ਦੀਆਂ ਕਾਰਾਂ ਕਰਦੇ, ਈਰਖਾ ਕਰਦੇ ਆ। ਬੇਕਾਰ ਬੇਫਾਇਦਾ ਨਾ ਆਉਣ ਵਾਲੇ ਕੰਮ ਉਹ ਤੁਸੀਂ ਕਰਦੇ ਹੋ। ਇਨ ਬਿਦ ਡੂਬੀ ਮਾਕਰੀ ਭਾਈ। ਕਹਿੰਦੇ ਪਖੰਡ ਨਾ ਕਰੋ। ਦਰਸਾਂ ਦੇ ਲਗੇ ਮਹਾਰਾਜ ਵਿਚਾਰ ਉਦਾਹਰਨ। ਕਹਿੰਦੇ ਆ ਪਖੰਡ ਜਾ ਕਰਦੀ ਮੱਕੜੀ ਪਾਣੀ ਦੇ ਕਿਨਾਰੇ ਕਾ ਉੱਤੇ ਨਾ ਇਹ ਆਪੇ ਉਪਾਦਾਨ ਹੁੰਦੀ, ਮੂੰਹ ਚੋਂ ਜਾਲਾ ਕੱਢਦੀ ਆਪੇ ਹੀ ਤਾਣਦੀ ਹੈ, ਆਪੇ ਹੀ। ਪਾਣੀ ਦੇ ਕਿਨਾਰੇ ਮੱਕੜੀ ਮੂੰਹ ਵਿੱਚੋਂ ਜਾਲ ਜਾ ਤਾਣਦੀ, ਜਾਲਾ ਜਾ ਵੀ ਮੱਛਰ ਇਹਦੇ ਅੱਟ ਨਿਕਲੇ ਮੈਂ ਖਾਵਾਂਗੀ। ਇਸ ਤਰ੍ਹਾਂ ਤਾਣਾ ਤਲਦੀ ਹੋਈ ਜਿਹੜੀ ਮੱਕੜੀ ਹੈ ਪਾਣੀ ਦੇ ਕੰਢੇ। ਊਂਡੀ ਸਿਰ ਕੈ ਭਾਰੀ। ਊਂਡੀ ਹੁੰਦਾ ਸਿਰ ਭਾਰ। ਉਹ ਤਾਣਾ ਤਲੀ ਜਾਂਦੀ ਹੈ, ਤਾਣਾ ਜਾ ਪਾਤਲਾ ਜਾ ਤਾਣਾ ਜਾ ਤਣਦੀ ਹੈ। ਤਣਦੀ ਤਣਦੀ ਨਾ ਉਹ ਫਿਰ ਤਾਣਿਆ ਤਣਦੀ ਤਣਦੀ ਉਹ ਜਿਹੜਾ ਜਾਲਾ ਜਾ ਹੁੰਦਾ ਤਣਦੀ ਤਣਦੀ ਉਹਦੇ ਵਿੱਚੋਂ ਸਿਰ ਪਾਰਨੇ ਹੋ ਕੇ ਡਿੱਗ ਜਾਂਦੀ, ਮਰ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਦਿਖਾਵੇ ਦਾ ਜਪ ਤਪ ਦਾ ਪਖੰਡ ਦਾ ਜਾਲਾ ਜਾ ਜਾਣਦਾ, ਇਹਦੇ ਕਰਕੇ ਤਾਂ ਪਦਾਰਥਾਂ ਨੂੰ ਵਕਾਰਾਂ ਨੂੰ ਪਾਣੀ ਵਿੱਚ ਸਿਰ ਪਾਰਨੇ ਡੁੱਬਦੇ, ਸਿਰ ਪਾਰਨੇ ਵਜਨਾਂ ਦਾ, ਸਿਰ ਪਾਰਨੇ ਮਾਂ ਤੇ ਉਹਦੇ ਲੰਘਦੇ ਆ, ਸਿਰ ਪਾਰਨੇ ਭਾਰ ਆਉਣ ਤੋਂ ਅੱਗੇ ਦਰਗਾਹ ਸਜ਼ਾ ਮਿਲਦੀ ਹੈ। ਦੁਰਮਤ ਘਣੀ ਵਿਗੂਤੀ ਭਾਈ। ਦੁਰਮਤ ਦੁਰਮਤ ਮਤ ਜੋ ਪੀਰ ਤੇ ਵਿਖਲੀ ਮਤ ਕਮਲੀ। ਦੁਰਮਤ ਕੀ ਹੈ? ਖੋਟੇ ਕੰਮ। ਦੁਰਮਤ ਦੁਰ ਖੋਟੀ ਮਤ ਅਕਲ ਵਿਚਾਰ ਸਰਾਬਾਂ ਜਲਦੇ ਗੰਦ ਸੁਣਨੇ ਮੋਬਾਇਲਾਂ ਵਿੱਚ ਡੀਜਾਂ ਵਿੱਚ, ਇਹ ਦੁਰਮਤ ਹੈ, ਖੋਟੀ ਹੈ। ਇਹਦੇ ਕਰਕੇ ਬਹੁਤ ਸ੍ਰਿਸ਼ਟੀ ਖਰਾਬ ਹੋ ਰਹੀ ਹੈ, ਬਾਹਲੀ ਬੜੀ ਔਖੀ ਹੋ ਰਹੀ ਹੈ। ਕਿਹੜਾ ਸ਼ਰਾਬੀ ਸੌਖਾ ਹੈਗਾ? ਕੋਈ ਅਮਲੀ ਸੌਖਾ ਹੈਗਾ? ਕੋਈ ਦੁਰਮਤੀਆ ਮਨਮਤੀਆ ਕੋਈ ਹੈਗਾ ਸੌਖਾ? ਪਿੰਡ ਵਿੱਚ ਨਿਗਾਹ ਕਰਕੇ ਦੇਖ ਲਓ, ਆਂਢ ਗੁਆਂਢ ਦੇਖ ਲਓ, ਜਿਹੜੀ ਦੁਰਮਤ ਹੈ ਇਹਦੇ ਦੁਨੀਆ ਬਹੁਤ ਖਰਾਬ ਹੋ ਰਹੀ ਹੈ, ਬੁੱਧੀ ਭ੍ਰਿਸ਼ਟ ਹੋ ਰਹੀ ਹੈ। ਦੂਜੈ ਭਾਏ ਖਵਾਈ। ਦਵੈਤ ਵਿੱਚ ਪ੍ਰੇਮ ਕਰਕੇ ਹਰਾ ਵਾਲਾ ਪਾਸਾ ਛੱਡ ਕੇ ਦੂਜੇ ਪਾਸੇ ਕਸੰਤ ਵਾਲੇ ਪਾਸੇ ਲਾ ਕੇ ਬਹੁਤ ਭੁੱਲ ਰਹੀ ਹੈ। ਬਹੁਤ ਸ੍ਰਿਸ਼ਟੀ ਦੀ ਦੁਰਦਸ਼ਾ ਹੈ। ਬਿਨ ਨਾਵੇ ਜਗ ਬੁਰਾਉਣਾ, ਕਮਲਾ ਹੋ ਰਿਹਾ ਕਮਲਾ। ਬਹੁਤ ਦੁਰਦਸ਼ਾ ਹੋ ਰਹੀ ਹੈ ਨਾਮ ਨੂੰ ਭੁਲਾ ਕੇ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ। ਪੰਡਤ ਕਹਿੰਦੇ ਮਹਾਰਾਜ ਜੇ ਨਾਮ ਨਾ ਲਈਏ ਕੀ ਕੁਝ ਨੁਕਸਾਨ ਹੋ ਜਾਓ ਕੋਈ? ਕਹਿੰਦੇ ਹਾਂ। ਮਿਲਦਾ ਕਿੱਥੇ?
ਗੁਰਾਂ ਤੋਂ ਬਗੈਰ ਨਾਮ ਮਿਲਦਾ ਹੀ ਨਹੀਂ। ਪਖੰਡੀ ਡੰਬਿਤਾ ਆਪਣਾ ਸੇਕਾ ਕਰਨਾ ਵਾਟੇ ਕੁਰ ਆਪੇ ਚਲਾਉਂਦੇ ਰਾਹ ਦਾ ਸਮਾਈ ਸੀਤਾ ਹੋਰ ਦਿੰਦੇ ਆ। ਇਹ ਆਪਣੀ ਫੋਟੋ ਦੇ ਦੇਣਗੇ, ਭੋਗ ਲਵਾਇਆ ਕਰ, ਇਹਨੂੰ ਮੱਥਾ ਟੇਕਿਆ ਕਰ। ਗੁਰੂ ਤੋਂ ਅਨੁਸਾਰ ਗੁਰੂ ਤੋਂ ਮੇਰਾ ਪ੍ਰਾਣ ਸਿਖਾਈ। ਉਹ ਗੁਰਾਂ ਤੋਂ ਬਗੈਰ ਨਾਮ ਨਹੀਂ ਮਿਲਦਾ, ਗੁਰਾਂ ਕੋਲੋਂ ਆਸਰੀ ਨਾਮ ਮਿਲਦਾ ਹੈ। ਉਹ ਗੁਰੂ ਅਨੁਸਾਰ ਕਲਿਆਣ ਕਰਨ ਵਾਲਾ ਹੁੰਦਾ ਹੈ। ਬਿਨ ਨਾਮੈ ਭਰਮ ਨ ਜਾਈ। ਨਾਮ ਜੇ ਪੈਰ ਪਰਮ ਪ੍ਰਾਂਤੀ ਭੇਦ ਪਰਮ ਕਰਤਾਤ ਪੁੰਡ ਪਰਮ ਬ੍ਰਹਮ ਇਤਰੀ ਸੱਤ ਪਰਮ ਪੰਚੋ ਪਰਮ ਸੰਸਾਰ। 7 ਤਰ੍ਹਾਂ ਦਾ 5 ਤਰ੍ਹਾਂ ਦਾ ਭਰਮ ਹੈ। ਭਰਮ ਜਾਂਦਾ ਹੀ ਨਹੀਂ। ਭਰਮ ਹੈ ਭੁੱਲ ਦੇਵੀ ਦੇਵਾ। ਭਰਮ ਐਸੀ ਚੀਜ਼ ਹੈ ਜੈਸਾ ਦੇਖਿਓ ਉਹ ਜਿਹਾ ਨਿਕਲਦਾ ਹੀ ਨਹੀਂ। ਭਰਮ ਭ੍ਰਾਂਤੀ ਹੋਰ ਦਾ ਹੋਰ ਜਾਪਣਾ। ਭਰਮ ਇੱਕ ਐਸੀ ਚੀਜ਼ ਹੈ ਨਾ ਬੁਰਾ ਹਾਲ ਕਰਨ ਦੀ ਹੈ। ਭਰਮ ਜਾਂਦਾ ਹੀ ਨਹੀਂ। ਉਹ ਸਾਡੇ ਤਾਂ ਕਿਸੇ ਨੇ ਘਰ ਕੀਲਤਾ, ਸਾਡੇ ਤਾਂ ਇਉਂ ਕਰਤਾ, ਸਾਡੇ ਤਾਂ ਇਉਂ ਹੋ ਗਿਆ। ਗਲਤ ਚੀਜ਼ਾਂ ਛੱਡਦੇ ਨਹੀਂ ਘਰ ਵਿੱਚ। ਅੰਡੇ ਉਂਡੇ ਝਟਕਾ ਛੱਡਦੇ ਨਹੀਂ। ਸ਼ਰਾਬਾਂ ਬੋਤਲਾਂ ਛੱਡਦੇ ਹੀ ਨਹੀਂ। ਪੇਟ ਵਿੱਚ ਪਾ ਕੇ ਸ਼ਰਾਬਾਂ ਆਉਂਦੇ हैं। ਉੱਥੇ ਫਿਰ ਉਹ ਚੀਜ਼ਾਂ ਐਨ ਟਹਿਲਦੀਆਂ ਹੋਈਆਂ ਪਤਲੀਆਂ ਹੋਈਆਂ ਆਉਂਦੀਆਂ। ਫਿਰ ਨੁਕਸਾਨ ਹੋਣਾ। ਆਪੇ ਨੱਚਦੇ ਟੱਪਦੇ हैं। ਬੜੇ ਖੁਸ਼ੀਆਂ ਲੋਕਾਂ ਨੂੰ ਬੜਾ ਦੁਖੀ ਕਰਦੇ हैं। ਵਿਆਹ ਤੁਹਾਡੇ ਹੋ ਰਿਹਾ, ਲੋਕਾਂ ਨੂੰ ਕਿਉਂ ਤੰਗ ਕਰਦੇ हैं? ਰੱਬ ਦੇ ਪਿਆਰੇ ਅੰਮ੍ਰਿਤਧਾਰੀਆਂ ਨੂੰ ਕਿਉਂ ਤੰਗ ਕਰਦੇ हैं? ਬਜ਼ੁਰਗਾਂ ਤੋਂ ਕਿਉਂ ਵੱਧ ਹਿੱਸਾ ਲੈਂਦੇ ਹਨ? ਬਹੁਤ ਪੁੱਠਾ ਦੁਰਮਤ ਨੇ ਸੰਸਾਰ ਭੁਲਾਤਾ, ਰੱਬ ਤੋਂ ਤੋੜਤਾ। ਬਿਨ ਨਾਮੈ ਭਰਮ ਨ ਜਾਈ। ਲੋ ਮੁਕਤੀ ਗੱਲ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਵਰ ਨਰ ਦੇਵੀ ਦੇਵਾ ਬੜੇ ਬੜੇ ਦੇਵਤੇ ਬੜੇ ਭਰਮ ਗਏ। ਇਹ ਗੁਰਮਤਿ ਅਨੁਸਾਰ ਨਾਮ ਲੈ ਕੇ ਕਮਾਈ ਕਰਨ ਤੋਂ ਤਾਂ ਭਰਮ ਭ੍ਰਾਂਤੀ ਜਾਂਦੀ ਹੈ। ਨਹੀਂ ਜਿਹੜਾ ਭਰਮ ਹੈ ਇਹ ਜਾਂਦਾ ਹੀ ਨਹੀਂ। ਵਹਿਮ ਜਾਂਦਾ ਨਹੀਂ। ਇਹਦਾ ਕੋਈ ਵੈਦਾਂ ਕੋਲ ਹੈ ਨਹੀਂ ਇਲਾਜ। ਭਰਮ ਜਿਹਾ ਪਿਆ ਰਹਿਣਾ, ਕਿਸੇ ਦਾ ਦੁੱਖ ਦੇ ਕੇ ਆਪ ਦੁਖੀ ਹੋ ਜਾਣਾ, ਆਪਣੇ ਤੇ ਵਜ ਲਿਆਣਾ, ਹੋਰੇ ਭਰਮ ਜਾ ਹੋਰੇ ਭਰਮ ਜਾ। ਇਹ ਤਾਂ ਗੁਰੂ ਅਨੁਸਾਰ ਗੁਰਾਂ ਦੇ ਨਾਮ ਦੀ ਟੇਕ ਲੈਣ ਤੋਂ ਮਨ ਤਨ ਤੇਰੀ ਟੇਕ ਬਾਰੇ ਮਨ ਤਨ ਤੇਰੀ ਟੇਕ। ਇਹ ਭਰਮ ਭ੍ਰਾਂਤੀ ਤਾਂ ਜਾਂਦੀ ਹੈ। ਸਤਿਗੁਰ ਸੇਵੇ ਤਾ ਸੁਖ ਪਾਏ ਭਾਈ। ਗੁਰਾਂ ਦਾ ਭਾਜਨ ਸਿਮਰਨ ਜੇ ਕਰੇ ਗੁਰ ਸੇਵਾ ਤੇ ਸੁਖ ਉਪਜਾ, ਫਿਰ ਦੁੱਖ ਨਾ ਲਾਗੇ। ਗੁਰ ਸੇਵਾ ਤਪਾਂ ਸਿਰ ਤਾਪਸਾ। ਬਹੁਤ ਗੁਰੂ ਘਰ ਦੀ ਸੇਵਾ ਵੱਡੀ ਹੈ। ਤਪਨ ਤਪ ਗੁਰ ਗਿਆਨ ਬਹੁਤ ਵੱਡੀ ਚੀਜ਼ ਹੈ। ਉਹ ਬੈਠੇ ਮਾਈ ਭਾਈ ਸਾਡਾ ਮੁੱਖ ਪ੍ਰਯੋਜਨ ਸਾਨੂੰ ਰੱਬ ਦਾ ਗਿਆਨ, ਰੱਬ ਦੀ ਵਿਚਾਰ, ਸਰਦਾ ਬੜਾ ਤਪ ਹੈ। ਪੜੋ ਪੰਗਤੀ। ਸਤਿਗੁਰ ਸੇਵੇ ਤਾ ਸੁਖ ਪਾਏ ਭਾਈ। ਗੁਰਾਂ ਦਾ ਸੇਵਨ ਭਾਜਨ ਬੰਦਗੀ, ਬਾਣੀ ਜਾਪ, ਗੁਰਬਾਣੀ ਸੇਵਾ ਰਸਨਾਈ ਤਾਂ ਆਤਮਾਨੰਦ ਸੁਖ। ਜਿੱਥੇ ਦੁੱਖ ਦਾ ਕੋਈ ਲੇਸ ਮਾਤਰ ਨਹੀਂ, ਜਿੱਥੇ ਦੁੱਖ ਦਾ ਮੂੰਹ ਮੱਥਾ ਨਹੀਂ, ਉਹ ਆਤਮਾਨੰਦ ਬ੍ਰਹਮਾਨੰਦ ਸਰੂਪਾਨੰਦ ਮਾਣਦਾ ਹੈ। ਆਵਣ ਜਾਣ ਰਹਾਈ। ਕਹਿੰਦੇ ਨਾਮ ਦੇ ਨਾਲ ਕੀ ਹੁੰਦਾ? ਜਨਮ ਧਾਰ ਕੇ ਵਾਸਨਾ ਮੁਤਾਬਕ ਜਨਮ ਹੋ ਗਿਆ। ਉਮਰ ਪੂਰੀ ਹੋਣ ਤੋਂ ਆ ਕਾਲ ਚਿੰਬੜਿਆ, ਮੌਤ ਨੇ ਗਰਾਸ ਲਿਆ। ਜੂਨਾਂ ਲੱਕ ਚੜਾਈ ਜੂਨ ਬਚਾਉਣਾ, ਮਰ ਕੇ ਜਾਣਾ, ਮਾਂ ਦੇ ਲਮਕਣਾ, ਮੌਤ ਨੇ ਮਾਰਨਾ। ਇਹ ਜਨਮ ਲੈਂਦਾ ਹੀ ਨਹੀਂ। ਸਾਚ ਸਹਿਜ ਗੁਰ ਤੇ ਉਪਜੈ ਭਾਈ। ਸ਼ਾਂਤੀ ਸੱਚ ਸਰੂਪ ਦਾ ਸ਼ਾਂਤੀ। ਗੁਰਾਂ ਤੋਂ ਉਪਦੇਸ਼ ਲੈਣ ਕਿਤੇ
ਜਿਹੜਾ ਸਤ ਸਰੂਪ ਹੈ ਉਹਦਾ ਸਹਿਜ ਗਿਆਨ ਹੈ। ਸਤ ਹੈ, ਚਿੱਤ ਹੈ, ਆਨੰਦ ਹੈ, ਅਕਰੇ ਹੈ, ਤ੍ਰਿਕਾਲ ਬਾਦ ਹੈ। ਜਿਹੜਾ ਸਹਿਜ ਸ਼ਾਂਤੀ ਦੇਣ ਵਾਲਾ, ਬਾਸ ਨੂੰ ਖਹਿ ਕਰਨ ਵਾਲਾ, ਉਹ ਤਾਂ ਗਿਆਨ ਹੈ ਨਾ। ਗੁਰਾਂ ਦੇ ਉਪਦੇਸ਼ ਲੈ ਕੇ ਕਮਾਈ ਕਰਨ ਤੋਂ ਉਹ ਐਸਾ ਗਿਆਨ ਪੈਦਾ ਹੁੰਦਾ, ਸਮਝ ਸਰੂਪ ਦੀ, ਸੱਚ ਚਿੰਨ ਦੀ। ਉੱਥੇ ਭਰ ਭਰਾਂਤੀ ਰਹਿੰਦੀ ਨਹੀਂ ਕੋਈ। ਮਨ ਨਿਰਮਲ ਸਾਚ ਸਮਾਈ। ਮਨ ਨੇ ਨਾਮ ਸੁੱਧ ਕਰਤਾ। ਸੁੱਧ ਹੋਣ ਤੋਂ ਜਿਹੜਾ ਨਾਮ ਦਾ ਸਦਕਾ ਪਰਮਾਤਮਾ ਭੇਦ ਹੋ ਗਏ। ਪਰਮਾਤਮਾ ਚੋਂ ਰੂਹਾਂ ਮਿਲ ਗਈਆਂ, ਮਨ ਸੁੱਧ ਹੋ ਗਿਆ। ਸੁੱਧ ਹੋਣ ਤਾਂ ਸੁੱਧ ਸਰੂਪ ਦਾ ਸਰੂਪ ਹੀ ਹੋ ਗਿਆ। ਉਹ ਰੂਹਾਂ ਵਾਹਿਗੁਰੂ ਤਤ ਵਿੱਚ ਮਿਲ ਗਏ। ਗੁਰ ਸੇਵੇ ਸੋ ਬੂਝੈ ਭਾਈ। ਮਹਾਰਾਜ ਆ ਪਰਮਾਰ ਸਿੱਧੀ ਰਾਹ ਵਿੱਚ ਭੇਦ ਹੋਣ, ਇਹ ਕਿਹੜੇ ਢੰਗ ਨਾਲ ਸਹਿਜ ਸ਼ਾਂਤੀ ਰਾਹ ਵਿੱਚ ਭੇਦ ਹੋਣਾ, ਇਹ ਕਿਵੇਂ ਪ੍ਰਾਪਤ ਹੋਇਆ? ਗੁਰ ਬੁਝੈ ਗੁਰ ਸੇਵੇ ਸੋ ਬੂਝੈ ਭਾਈ। ਗੁਰਾਂ ਦਾ ਸੇਵਨ ਕਰੇ, ਖੁਸ਼ੀ ਲਵੇ, ਜਪ ਤਪ ਸਿਮਰਨ ਕਰੇ, ਗੁਰੂ ਜੀ ਭਜਨ। ਗੁਰ ਸਿੱਖਾ ਕੀ ਚਾਹੁੰਦਾ ਹੈ? ਤਾਂ ਉਦੋਂ ਆਖੇ ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮੈਨੂੰ ਸਹਿਜ ਸਰੂਪ ਸਤ ਸਰੂਪ ਦਾ ਗਿਆਨ ਬਖਸ਼ੋ। ਗੁਰ ਬਿਨ ਮਗ ਨਾ ਪਾਈ। ਗੁਰਾਂ ਬਗੈਰ ਭਗਤੀ ਸਹਿਤ ਗਿਆਨ ਪਰਮਾਰਥ ਦਾ ਰਸਤਾ ਕੌਣ ਪਾ ਹੀ ਨਹੀਂ ਸਕਦਾ। ਕੋਈ ਪਖੰਡ ਵਾਲੇ ਪਾਸੇ ਤਾਂ ਬੜੇ ਲਾਉਂਦੇ ਆ, ਇਉਂ ਕਰ ਲਿਆ ਕਰ, ਇਉਂ ਕਰਿਆ ਕਰ, ਇੱਥੇ ਇਉਂ ਕਰਿਆ ਕਰ, ਇੱਥੇ ਚੌਂਕੀਆਂ ਪਰ ਇੰਨੇ ਵੇਰੀ ਆ, ਇਉਂ ਕਰ। ਪੁੱਠੇ ਪਾਸੇ ਤਾਂ ਲਾਉਂਦੇ ਹੈ। ਜਿਹੜਾ ਭਗਤੀ ਸਹਿਜ ਗਿਆਨ ਰਸਤਾ ਹੈ, ਵਾਹਿਗੁਰੂ ਜਾਣ ਦਾ ਰਸਤਾ ਹੈ, ਉਹ ਗੁਰਾਂ ਤੋਂ ਬਗੈਰ ਨਹੀਂ ਪ੍ਰਾਪਤ ਹੋ ਸਕਦਾ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ। ਪੰਡਤ ਖਾਣ ਦਾ, ਪੀਣ ਦਾ, ਜੋੜਨ ਦਾ ਲੋਭ ਹੈ, ਉਹਨੇ ਕੀ ਕਰਮ ਕਰਨੇ? ਉਹ ਤਾਂ ਸਕਾਮੀ ਹੈ। ਉਹਨੇ ਨਿਸ਼ਕਾਮ ਕੰਮ ਕਰਨੇ ਨਹੀਂ, ਲੋਭੀ ਨੇ ਖਾਣ ਪੀਣ ਲਗੇ ਹੋਏ ਨੇ। ਕੂੜ ਬੋਲ ਬਿਖ ਖਾਈ। ਕੂੜ ਬੋਲ ਮੁਰਦਾਰ ਖਾਏ। ਝੂਠ ਬੋਲਣਾ ਮੁਰਦਾ ਖਾਣਾ, ਗੁਰਬਾਣੀ ਕਹਿ ਰਹੀ ਹੈ। ਉਹ ਤਾਂ ਝੂਠ ਬੋਲ ਕੇ ਮੁਰਦਾਰ ਖਾ ਰਹੇ ਆ। ਕੂੜ ਝੂਠ, ਵਿਸੇ ਜ਼ਹਿਰ, ਬਕਾਰ। ਝੂਠ ਬੋਲ ਕੇ ਬਹੁਤ ਮਾੜੀਆਂ ਚੀਜ਼ਾਂ ਖਾ ਰਹੇ ਆ। ਝੂਠ ਵੱਢ ਕੇ ਨਾ ਕਾਮ ਕ੍ਰੋਧ ਦੇ ਗਰਸੇ ਪੈ ਜ਼ਹਿਰਾਂ ਖਾ ਰਹੇ ਹਨ। ਪੰਡਤ ਦਹੀ ਵਿਲੋਈਐ ਭਾਈ। ਦਲੀਲ ਦੇ ਰਹੇ ਆ ਪੰਡਤਾ, ਜੇ ਦਹੀਂ ਨੂੰ ਜਮਾ ਕੇ ਬੀਬੀਆਂ ਜਿਸ ਤਰ੍ਹਾਂ ਜਾਗ ਲਾ ਕੇ ਜਮਾਦੀਆਂ ਹਨ, ਵਿੱਚੋਂ ਨਿਕਲੈ ਤੱਥ। ਜਮਿਆ ਹੋਇਆ ਦਹੀਂ ਹੈ, ਤੱਥ ਹੁੰਦਾ ਮੱਖਣ। ਮੱਖਣ ਲਿਖਣ ਪੈਂਦਾ। ਇਸ ਤਰ੍ਹਾਂ ਜਿਹੜੇ ਨਿਸ਼ਕਾਮ ਕਰਮ ਕਰਨ, ਨਿਸ਼ਕਾਮ ਦੁੱਧ ਹੈ। ਕਾਹੂ ਫਲ ਕੀ ਇੱਛਾ ਨਹੀਂ ਵੈਸਾ ਕੇਵਲ ਭਗਤਨ ਕੀਰਤ ਸੰਗ ਰਾਚੈ। ਆ ਸਾਡਾ ਆ ਸਿਵਰੇ ਤੇਲੀ ਦੇ ਕੇ ਹਵੇਲੀ ਬੜਾ, ਕੋਈ ਮੰਗ ਨਹੀਂ ਰੱਖਣੀ। ਜਿਹੜੇ ਨਿਸ਼ਕਾਮ ਕਰਨੇ ਦੁੱਧ ਹੈ। ਵਿਵੇਕ ਦਾ ਜਾਗ ਲਾਣਾ ਹੈ, ਤਤ ਮਿਥਿਆ ਵਿਵੇਚਨ ਕਰਨਾ ਹੈ, ਵਿਚਾਰ ਦੀ ਮਧਾਣੀ ਨਾਲ ਲਿਖਣਾ ਹੈ। ਤਾਂ ਸਰੂਪ ਦਾ ਵਾਸਤਵ ਮੱਖਣ ਆਤਮਾਨੰਦ ਮਿਲੇਗਾ। ਜਲ ਮਥੀਐ ਜਲ ਦੇਖੀਐ ਭਾਈ। ਪੰਡਤਾ ਰਿੜਕਣੇ ਵਿੱਚ ਪਾਣੀ ਪਾ ਲਈ ਹੈ, ਰਿੜਕੀ ਜਾਈਏ। ਉਹ ਤਾਂ ਝੱਗ ਹੋਏਗੀ, ਝੱਗ ਦੇਖੀ ਦੀ ਹੈ। ਝੱਗ ਜਿਵੇਂ ਪਾਠ ਮਹਾਰਾਜ ਦੀ ਕਿਰਪਾ, ਪੰਜਾ ਸਾਹਿਬ ਦੇ ਜ਼ਿਕਰ ਹੈ। ਜਿਹੜਾ ਚਸ਼ਮਾ ਚੱਲ ਰਿਹਾ ਬੜਾ ਠੰਡਾ ਹੈ। ਉੱਥੇ ਗਰਮੈਸ਼ ਬਹੁਤ ਹੈ। ਪੰਜਾ ਸਾਹਿਬ, ਨਨਕਾਣੇ ਸਾਹਿਬ ਦੇ ਵਿੱਚ ਜ਼ਿਆਦਾ ਕੁਝ
ਉੱਥੇ ਮਾਈ ਆ ਭਾਈ, ਜਿਹੜਾ ਪੰਜਾ ਸਾਹਿਬ ਚੱਲ ਰਿਹਾ ਮਹਾਰਾਜ ਦਾ ਕੱਢਿਆ ਹੋਇਆ ਚਸ਼ਮਾ ਪਾਣੀ, ਉਹ ਜੇ ਰੱਖੇ ਨਾ ਦਹੀਂ ਰਿਕੜ ਲੈਂਦੇ। ਫਿਰ ਇੱਕ ਮਾਈ ਉਹ ਦਰਸ਼ਨ ਕਰਨ ਵਾਸਤੇ ਨਹਾਣੇ ਨਹੀਂ ਗਈ ਸੀ, ਦਰਸ਼ਨ ਵਾਸਤੇ ਸ਼ਰਧਾਲੂ ਉਹੀ ਚਲੀ ਗਈ। ਉਹਨੇ ਦੇਖੇ ਕਈ ਭਰਾ ਬੀਬੀਆਂ ਮੱਖਣ ਦੇ ਪੇੜੇ ਲਈ ਜਾਂਦੇ ਸੀਗੇ। ਉਹ ਕਹਿੰਦੇ ਬੱਲੇ ਬੱਲੇ, ਇਹ ਤਾਂ ਪੰਜੇ ਸਾਹਿਬ ਵਾਲਾ ਮੱਖਣ ਦਿੰਦਾ ਹੈ। ਬੁੜੀ ਜੀ ਕੋਈ ਸਰਦਾ ਗੁਰੂ ਘਰ ਹੈ ਨਹੀਂ, ਰਿੜਕਣਾ ਖਰੀਦ ਲਿਆ, ਮਧਾਣੀ ਖਰੀਦ ਲਈ, ਪਾਣੀ ਪਾ ਕੇ ਸਾਰੇ ਦਾਈ ਰਿੜਕੀ ਗਈ, ਹਾਰ ਅੰਬ ਗਏ। ਆਖਣ ਲੱਗੇ ਜਦੋਂ ਹਨੇਰਾ ਜਿਹਾ ਹੋਣ ਲੱਗਿਆ, ਉਹ ਭਰਾਵੋ ਤੁਸੀਂ ਤਾਂ ਮੱਖਣ ਦੇ ਪੇੜ ਲਈ ਜਾਂਦੀ ਹੈ, ਉਹ ਮੈਨੂੰ ਤਾਂ ਮੱਖਣ ਮਿਲਿਆ ਹੀ ਨਹੀਂ। ਕਹਿੰਦੇ ਮਾਈ ਤੁਹਾਨੂੰ ਪਤਾ, ਇਹ ਤਾਂ ਰਿੜਕ ਦਹੀਂ ਪਾ ਕੇ ਲਿਆਂਦੇ, ਦਹੀਂ, ਉਹ ਦਹੀਂ ਰਿੜਕਣ ਤੋਂ ਆ ਮਿਲਦਾ ਹੈ। ਇਸ ਤਰ੍ਹਾਂ ਪਾਣੀ ਰਿੜਕੀਏ ਉੱਥੇ ਮੱਖਣ ਦਾ ਪੇੜਾ ਨਹੀਂ ਮਿਲੇਗਾ। ਸਿਕਾਮ ਕੰਮ ਕਰੀਏ, ਸਕਾਮ ਉੱਥੇ ਬ੍ਰਹਮਾਨੰਦ ਮੱਖਣ ਦਾ ਪੇੜਾ ਨਹੀਂ ਨਿਕਲਣਾ। ਇਹੋ ਜਗ ਇਹਾ ਵਥ, ਇਹੋ ਜਿਹਾ ਵਥ ਵਾਸਤੂ ਹੈ, ਬਸ ਇਹੋ ਜਿਹਾ ਹੀ ਹੈ, ਸਕਾਮੀ ਹੈ, ਸਕਾਮ ਕਰਦਾ ਹੈ। ਆਤਮਾ ਨਾਲ ਬ੍ਰਹਮਣ ਸਕਾਮ ਕਰਦਾ, ਪਾਣੀ ਰਿੜਕਦਾ ਹੈ, ਉਹ ਝੱਗ ਬਕਾਰਾਂ ਦਾ ਸੁੱਖ ਜਾ ਵੇਖਦਾ ਹੈ। ਜੋ ਬਕਾਰ ਸੁੱਖ ਹੈ ਉਹ ਝੱਗੇ ਹੈ। ਏਕ ਅਨੁਸਾਰ ਨੇ ਕੋਰ ਦਿਨ ਸੁਖ ਪਾਵੇ, ਬਿਨ ਜੋ ਨਿਮਕੇ ਸਵਾਰ ਸੁਖਣੀ ਹੈ। ਆ ਬਕਾਰ ਇਹਨੂੰ ਝੱਗ ਦਿੰਦੀ ਹੈ ਫਿਰ ਸਕਾਮੀ ਨੂੰ। ਗੁਰ ਬਿਨ ਭਰਮ ਵਿਗੂਚੀਐ ਭਾਈ, ਗੁਰਾਂ ਤੇ ਬਗੈਰ ਗੁਰੂ ਧਾਰਿਓ ਗੁਰੂ ਤੇ ਲੜ ਗੁਰੂ ਦਾ ਜਬ ਤੋਂ ਕਿਤੇ ਭਰਮ ਵਿੱਚ ਖਰਾਬੇ ਹੋਈਦਾ ਹੈ। ਭਰਮ ਵਿੱਚ ਪੈ ਕੇ ਘਟ ਘਟ ਦਿਓ ਅਲਖ, ਘਟ ਘਟ ਮੈਂ ਹਰ ਜੂ ਬਸ ਹੈ। ਲੱਖ ਗੁਰਾਂ ਤੋਂ ਬਗੈਰ ਲਿਖਿਆ ਨਹੀਂ ਜਾਂਦਾ, ਸ਼ਾਸਤਰਾਂ ਵੇਦਾਂ ਕਰਕੇ ਲਿਖਿਆ ਨਹੀਂ ਜਾਂਦਾ। ਅਲੱਖ ਹੈ, ਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ। ਗੁਰ ਬਿਨ ਘਟ ਘਟ ਦਿਓ ਅਲਖ, ਘਟ ਘਟ ਮੈਂ ਹਰ ਜੀਵ ਵਸੈ। ਉਹ ਗੁਰਾਂ ਤੋਂ ਬਗੈਰ ਹੈ ਤਾਂ ਪ੍ਰਭ ਨੇੜੋ, ਪਰ ਲਿਖਿਆ ਨਹੀਂ ਜਾਂਦਾ। ਇਹੋ ਜਗ ਤਾਗੋ ਸੂਤ ਕੋ ਭਾਈ, ਜਿਵੇਂ ਤਾਗਾ ਹੁੰਦਾ ਨਾ ਕੱਚਾ ਸੌਦਾ ਤਾਗਾ, ਇਹ ਤਾਂ ਇਸ ਤਰ੍ਹਾਂ ਸੰਸਾਰ ਹੈ। ਦਹਿ ਦਿਸੋ ਬਾਧੋ ਮਾਏ, ਉਹ ਗੰਢਾਂ ਪਾ ਦੀਏ, ਦਸੋ ਰਸੀਏ ਤਾਗੇ ਨੂੰ ਗੰਢਾਂ ਪਾ ਦੀਏ ਬਣਦੀ ਹੈ। ਇਸ ਤਰ੍ਹਾਂ ਦਸੋ ਦੇਸਾਂ ਵਿੱਚ ਵਾਰਨਾ ਸਰਮਾਂ ਦੀ ਅਤੇ ਜੜ ਚੇਤਨ ਦੀ ਜੜ ਦੀ ਗੰਢਾਂ ਪਾਈਆਂ ਹੋਈਆਂ ਹਨ। ਜੜ ਚੇਤਨ ਦੀ ਵਾਰਨਾ ਸਰਮਾਂ ਦੀ ਇਹ ਗੰਢਾਂ ਪਈਆਂ ਹਨ। ਬਿਨ ਗੁਰ ਗਾਠ ਨਾ ਛੂਟਈ ਭਾਈ, ਇਹ ਜਿਹੜੀ ਵਾਰਨਾ ਸਰਮਾਂ ਦੀ ਜਾਂ ਜੜ ਚੇਤਨ ਦੀ ਗੰਢਾਂ, ਇਹ ਚੇਤ ਜੜ ਗ੍ਰੰਥੀ ਹੈ, ਕਰਮ ਗ੍ਰੰਥੀ ਹੈ, ਇਹ ਛੁੱਟ ਨਹੀਂ ਸਕਦੀ। ਬਿਨ ਗੁਰ ਗਾਠ ਨਾ ਛੂਟਈ ਭਾਈ, ਖੁੱਲ ਨਹੀਂ ਸਕਦੀ ਗੰਢਾਂ ਇਹ। ਥਾਕੇ ਕਰਮ ਕਮਾਏ, ਕਰਮ ਨਿਤ ਨਮਿਤ ਕਰਨ ਵਾਲੇ, ਪ੍ਰਾਤ ਕਰਨ ਵਾਲੇ ਆਰੰਭ ਗਏ, ਉਹਨਾਂ ਦੀ ਵਾਰਨਾ ਸਾਲਾਂ ਦਾ ਹੰਕਾਰ ਜਾਂਦਾ ਹੀ ਨਹੀਂ। ਇਹੋ ਜਗ ਭਰਮ ਭੁਲਾਇਆ ਭਾਈ, ਇਹ ਤਾਂ ਸੰਸਾਰ ਭਰਮ ਨੇ ਭਰਮ ਵਿੱਚ ਲਾਇਆ, ਭੁਲਾਤਾ ਭਰਮ ਵਿੱਚ ਲਾ ਕੇ ਵਾਹਿਗੁਰੂ ਦਾ ਸਰੂਪ ਭੁਲਾ ਦਿੱਤਾ। ਕਹਿਣਾ ਕਿਛੂ ਨਾ ਜਾਏ, ਕਿਸੇ ਨੂੰ ਕੋਈ ਕਹਿਆ ਨਹੀਂ ਜਾਂਦਾ। ਜੇ ਆਖੇ ਵੀ ਤੂੰ ਭੁੱਲਾ, ਉਹ ਕਹਿੰਦਾ ਤੂੰ ਭੁੱਲਾ, ਮੈਂ ਠੀਕ ਹੈ, ਮੈਨੂੰ ਭੁੱਲਾ ਦੱਸਦਾ, ਤੂੰ ਭੁੱਲਾ ਹੋਇਆ ਕਿਛ ਰੱਤੀ ਮਤਲਬੀ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਛੇੜ ਕੇ ਦੇਖੋ, ਕੋਈ ਹੋਊਗਾ ਸਾਹੂ, ਉਹ ਕਹਿੰਦੇ ਖਾਣ ਪੀਣ ਦੀ ਉਮਰ ਹੈ, ਤੁਸੀਂ ਇਉਂ ਕਰਦੇ ਗੱਲ ਪੈਂਦੇ। ਭਾਰਮ ਵਿੱਚ ਭੁੱਲੇ ਨੂੰ ਆਖੀਏ, ਕਹਿੰਦੇ ਉਹ ਮੈਂ ਠੀਕ ਹੈ, ਮੈਂ ਰਸਤੇ ਤੇ, ਤੂੰ ਭੁੱਲਿਆ ਹੋਇਆ ਥੋੜ੍ਹੇ ਮਤ ਵੀ, ਕਿਸੇ ਨੂੰ ਟੋਕਿਆ ਨਹੀਂ ਜਾ ਸਕਦਾ।
ਕਿਸ ਨੂੰ ਅਸਲੀਤ ਯਥਾਰਥ ਦੱਸ ਨਹੀਂ ਹੁੰਦੀ। ਗੁਰ ਮਿਲਿਆ ਭਉ ਮਨ ਵਸੈ ਭਾਈ। ਗੁਰਾਂ ਨਾਲ ਮਿਲਣ ਤੋਂ, ਗੁਰੂ ਦੇ ਲੜ ਲੱਗਣ ਤੋਂ ਭਉ ਮਨ ਵਿੱਚ ਵਸਦਾ। ਕਾਹਦਾ ਦੱਸਦੇ ਹਨ? ਭੈ ਮਰਨਾ ਸੱਚ ਲੇਖ। ਕਾਹਦਾ ਭੈ? ਸਭ ਨਾਲ ਲਿਖਤ ਰਾਹੂੰ ਮੌਤ ਦਾ ਭੈ। ਇੰਨੀ ਜ਼ਿੰਦਗੀ ਹੈ, ਇੰਨੀ ਕੁ ਵਸਲ ਹੋ ਗਈ। ਜਿਹੜਾ ਮੌਤ ਦਾ ਭੈ ਬਹੁਤ ਵੱਡਾ ਹੈ। ਜਿਹਨੂੰ ਮੌਤ ਦਾ ਭੈ ਪੈਦਾ ਹੋ ਗਿਆ ਉਹ ਮਰਨ ਤੋਂ ਪਹਿਲਾਂ ਸਵਾਰਦਾ। ਭਗਤਾਂ ਨੇ ਸਵਾਰਿਆ, ਧਰੋਂ ਪ੍ਰਹਲਾਦ ਨੇ ਬੜਾ ਕੁਝ ਸਵਾਰਿਆ। ਮੌਤ ਤੋਂ ਪਹਿਲਾਂ ਬੜਾ ਜਪਦਾ ਕਰਦੇ ਧਰੋਂ ਪ੍ਰਹਲਾਦ, ਬੇਅੰਤ ਭਗਤ ਸੰਤ। ਜਿਹਨੂੰ ਮੌਤ ਦਾ ਭੈ ਨਾ, ਕਿ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, बस पता नहीं क्या जाना को यही श्वास होने होए। खाला ही खेला श्वास है। वो मौत से डर पै गया, वो नहीं गलत काम करता। खाना पीना उल्ट करता ही नहीं, पसंद करता ही नहीं। यह गुरां नाल मिल के मौत का डर पै गया। जिन्होंने मौत का डर पै गया वो तो फिर जिंदगी सवार लेंदा। मौत तो पहला पल करता है जब तप, मज्जन दान चंगियाईया भाई। तीर्थों से स्नान करना, चंगे काम करने, परोपकार करने अच्छी गल है, बेहतर है। दरगह नाम विसेख। बोलो सतनाम श्री वाहिगुरू। रब की दरगाह में तो नाम खास है। नाम दी युग में नाम उत्तम होए। जिन्हें नाम ते आ गए मसकत कार नानक दे मुख चले कहते छुट्टी नाल। खास नानक कार केवल नाम, विशेष खास। स्नान दान पुण्य करने अच्छी गल है, पर बहुत बड़ी चीज इन्हां तो नाम है। बहुत सातर बहुत सिमरती पेखे ढोल के सरबट ढोल। पेखे सरन ढोल पूछ नहीं हरे नानक नाम अमोल। बेरेट है, बेकीमत है, अच्छा है, दान पुण्य का ठीक है, पर सारा तो बड़ी चीज नाम के नाम ना शब्द दे पाए। बड़े बड़े पांबर, बड़े बखाई, बड़े धाड़ भी गए गवाचे। गुरां तो गुरमत नाम लैके पांबर देवते बनाते महाराज गुरु नानक देव ने। गए गवाचे जे मनुख शेर सुधारता बंदे बनाते। सो पढ़ दे। गुर अंकस जिन नाम दृढ़ाया भाई। जिवें हाथी अंकस कुंडा हुंदा मन कोचर पेल ज्ञान है। ਉਹ ਮਨ ਪੋਤਰਿਆ ਹੋਇਆ ਕਵਲਾਂ ਦੀ ਬੇਕੀ ਨੂੰ ਭੰਨਦਾ, ਕਵਲਾਂ ਕੂਲਾਂ ਨੂੰ ਬਗੀਚੇ ਨੂੰ ਨੁਕਸਾਨ ਕਰਦਾ। ਇਸ ਤਰ੍ਹਾਂ ਸਾਡਾ ਮਨ ਮੋੜ ਹੈ। ਜਿਹਨਾਂ ਦੇ ਚਿੱਤ ਬੜੇ ਨਰਮ ਕੂਲੇ ਵਿਚਾਰਿਆਂ ਦੇ, ਰੱਬ ਦੇ ਪਿਆਰੇ ਭਜਨੀਕ ਹੈ, ਉਹਨਾਂ ਦਾ ਅਮੋੜ ਹੋ ਕੇ ਸਾਡਾ ਮਨ ਠਕਰਾਂਦਾ ਹੈ, ਪ੍ਰੇਮਿਆਂ ਦੇ ਮਨੋਂ ਠੋਕਰਾਂ ਮਾਰਦਾ। ਗੁਰਾਂ ਕੋਲ ਗਿਆਨ ਕੁੰਡਾ ਹੈ। ਜਿਵੇਂ ਕੁੰਡੇ ਨਾਲ ਹਾਥੀ ਚਾਲ ਪਕੜਦਾ ਕਾਬੂ ਆ ਜਾਂਦਾ, ਗੁਰਾਂ ਕੋਲ ਗਿਆਨ ਕੁੰਡਾ ਹੈ। ਜਦੋਂ ਗਿਆਨ ਕੁੰਡਾ ਮਨ ਕਾਬੂ ਬਸ ਆ ਜਾਂਦਾ, ਠੀਕ ਹੋ ਜਾਂਦਾ ਹੈ। ਮਨ ਵਸਿਆ ਚੂਕਾ ਭੇਖ। ਮਨ ਵਿੱਚ ਨਾਮ ਵਸ ਗਿਆ। ਜਪਦਿਆਂ 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 ਨਾਮ ਵਸ ਗਿਆ। ਜਿਹੜਾ ਲੁਆਸ ਪਖੰਡ ਬਣਾ ਚੁੱਕ ਗਿਆ। ਇਹ ਜੁਨਾਂ ਦਾ ਭੇਖ ਤਾਰਾਂ ਜੁਨਾਂ ਵਿੱਚ ਪੈਣਾ ਸੀ। ਲੁਆਸ ਜੁਨਾਂ ਦਾ ਖਤਮ ਹੋ ਗਿਆ। ਆਣ ਦਾਣ ਦਾ ਚੱਕਰ। ਇਹੋ ਤਨ ਹਾਟ ਸਰਾਫ ਕੋ ਭਾਈ। ਇਹ ਜਿਹੜਾ ਸਾਡਾ ਸਰੀਰ ਹੈ ਮਾਈ ਭਾਈ ਦਾ, ਇਹ ਰੱਬ ਸਰਾਫ ਦਾ ਹੱਟ ਹੈ, ਗੁਰੂ ਸਾਹਿਬ ਦਾ ਹੱਟ ਹੈ। ਜਿਹੜਾ ਸਾਡਾ ਸਰੀਰ ਹੈ, ਜਿਵੇਂ ਜੌਹਰੀ ਸ਼ਰਾਬ ਚੰਗੀ ਤਰ੍ਹਾਂ ਸਿਉਣੇ ਦੀ ਕਦਰ ਕਰਦੇ, ਹੱਟ ਵਿੱਚੋਂ ਤਾਂ ਗੁਰੂ ਸਾਹਿਬ ਜੀ ਬੜਾ ਦੇਖਦੇ ਆ। ਸਾਡਾ ਸਰੀਰ ਗੁਰੂ ਸਾਹਿਬ ਦੀ ਹੱਟ ਹੈ।
ਇਹ ਦੇਖਦੇ ਤਾਂ ਮਨ ਸੁੱਧ ਹੈ, ਪਵਿੱਤਰ ਹੈ, ਨਿਸ਼ਕਪਟ ਹੈ, ਨਿਰਵਿਕਾਰ ਹੈ। ਇਸ ਤਰ੍ਹਾਂ ਪਰਖਦੇ ਹਨ। ਵਖਰ ਨਾਮ ਅਪਾਰ, ਵਖਰ ਹੁੰਦਾ ਲਾਭਦਾਇਕ, ਜਿਸ ਨੂੰ ਵਰਤ ਕੇ ਲਾਭ ਹੋਏ। ਇਹ ਤਾਂ ਨਖੋਟਣਾ ਨਾ ਜਾਏ। ਅਧਿਕਾਰੀ ਪਾਤਰ ਆਪ ਨਾਮ ਜਪਦੇ ਆ, ਹੋਰਾਂ ਨੂੰ ਜਪਾਉਂਦੇ ਹਨ ਅਧਿਕਾਰੀ। ਇਹੋ ਵਖਰ ਵਾਪਾਰੀ ਸੋ ਦ੍ਰਿੜੈ ਭਾਈ। ਜਿਹੜਾ ਨਾਮ ਵੱਖਰਾ ਹੈ ਉਹ ਲੰਦਾ ਖਰੀਦਦਾ, ਗੁਰਾਂ ਤੋਂ ਪੱਕਾ ਕਰਦਾ ਹੈ। ਜਾਪ ਸਿਮਰਨ ਅੱਠੇ ਪੈਰ ਇਕ ਤੈਲੀ ਬੈ। ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਵਿਚਾਰਦਾ ਹੈ, ਉਪਦੇਸ਼ ਲੈਂਦਾ ਹੈ, ਉਹਦੀ ਸਾਥ ਸਾਥ ਦੀ ਵਿਚਾਰ ਕਰਦਾ ਹੈ, ਉਪਦੇਸ਼ ਉੱਤੇ ਅਮਲ ਕਰਦਾ ਹੈ, ਚੱਲਦਾ ਹੈ ਉਪਦੇਸ਼ ਮੁਤਾਬਕ। ਧੰਨ ਵਾਪਾਰੀ ਨਾਨਕਾ ਭਾਈ। ਉਹ ਧੰਨ ਸਾਧੂ ਮਹਾਤਮਾ ਗੁਰ ਸਿੱਖਣ, ਧੰਨ ਹੀ ਧੰਨ ਜਨ ਧੰਨ ਉਹ ਤਨ ਮਨ ਸਭ ਗੁਰ ਕੋ ਤਨ ਮਨ ਦੇ ਕੇ ਜਿਹੜਾ ਨਾਮ ਦਾ ਵਪਾਰ ਕਰਦੇ ਹਨ ਸਾਧੂ ਮਹਾਤਮਾ। ਮੇਲ ਕਰੇ ਵਾਪਾਰ, ਸੰਗ ਵਿੱਚ ਮਿਲਦੇ ਹੈ, ਸਭ ਮਿਲ ਕੇ ਹੋਰਾਂ ਨੂੰ ਮੇਲਦੇ। ਕਹਿੰਦੇ ਸੰਗਤ ਆ ਕਰ, ਸੰਗਤ ਕਰਿਆ ਕਰ, ਹੋਰਾਂ ਨੂੰ ਮਿਲਦੇ। ਮੇਲ ਕਰਿਆ ਵਪਾਰ, ਆਪ ਰੱਬ ਨਾਲ ਮਿਲਦੇ ਹੈ ਜਬ ਤੱਕ ਕਰਕੇ ਹੋਰਾਂ ਨੂੰ ਮਿਲਦੇ ਰੱਬ ਨਾਲ। ਧੰਨ ਜੇ ਮਹਾਂਪੁਰਖ ਕਮਾਈਆਂ ਵਾਲੇ ਬਲਿਹਾਰ ਜਾਈਏ, ਜਿਹੜੇ ਰੱਬ ਨਾਲ ਮਿਲਦੇ ਪਏ ਹੁੰਦੇ, ਹੋਰਾਂ ਨੂੰ ਮਿਲਦੇ ਹਨ। ਸੋ ਸਮਾਂ ਸੰਪੂਰਨ ਮਹਾਰਾਜ ਸਮਤ ਬਖਸ਼ੇ ਸਾਨੂੰ ਵੀ। ਸਾਨੂੰ ਕੀ ਸਿੱਖਿਆ ਦਿੱਤੀ ਹੈ? ਸਤਿਨਾਮ ਦਾ ਚੱਕਰ ਚਲਾਇਆ, ਸੇਧ ਮੁੱਖ ਭਗਤੀ ਵਰਤਨ ਬੈਰਾਗ ਹਿਰਦਾ ਗਿਆਨ ਉਹ ਆਪਾਂ ਕਰ ਲਈਏ। ਕੁਝ ਇੰਨਾ ਸਿਧਾਂਤ ਹੈ, ਇੰਨਾ ਕੋ ਕੀਤਾ ਗੁਰੂ ਨਾਨਕ ਦੇਵ ਜੀ ਨੇ। ਕਿਣਕਾ ਮਾਤਰਾ ਪਰ ਕੋ ਲੈ ਲਿਆ, ਕਿਣਕਾ ਇੱਕ ਚਾਹ ਤਾਂ ਕਿ ਮਹਿਮਾ ਗਣੀ ਨਾ ਆਵੇ। ਕੋਈ ਕਿਣਕਾ ਮਾਤਰੇ ਅੱਜ ਦੇ ਉਪਦੇਸ਼ ਤੋਂ ਗ੍ਰਹਿਣ ਕਰ ਲਈਏ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋ ਸੱਚੀ ਸੁੱਚੀ ਸਿੱਖਿਆ ਸਾਰੇ ਜਗ ਨੂੰ ਠੱਲ ਪਾਇਆ। ਤਾਰੇ ਗਿਣੇ ਜਗ ਤੇ ਤਾਰੇ ਨਾ ਗਿਣਾਤ ਹੈ। ਕੋਈ ਤਾਰਿਆਂ ਦਾ ਕਾਊਂਟ ਕਰੇ ਆਕਾਸ਼ ਵਿੱਚ ਕਰ ਲਵੇ। ਜਿੰਨੇ ਗੁਰੂ ਨਾਨਕ ਦੇਵ ਨੇ ਤਾਰੇ ਮੁਕਤ ਕੀਤੇ, ਕਲਿਆਣ ਕੀਤੀ ਹੈ, ਕੋਈ ਕਾਊਂਟ ਨਹੀਂ ਕਰ ਸਕਦਾ, ਕੋਈ ਲਿਖ ਨਹੀਂ ਸਕਦਾ। ਸੋ ਸਾਰੀ ਸੰਗਤ ਨੂੰ ਮਹਾਰਾਜ ਦੇ ਅਵਤਾਰ ਗੁਰੂ ਦੀ ਲੱਖਾਂ ਲੱਖਾਂ ਵਧਾਈਆਂ ਹੋਣ। ਦਿਓ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।